ਅੱਜ ਆਪਾਂ ਜਿਹੜੀ ਵਾਰ ਬਿਹਾਗੜੇ ਰਾਗ ਦੀ ਚੌਥੀ ਪਾਤਸ਼ਾਹੀ ਦੀ ਵਾਰ ਉਹ ਲੈ ਰਹੇ ਸੀ। ਉਹਦੀਆਂ 20ਵੀਂ ਤੇ 21ਵੀਂ ਦੋ ਪੌੜੀਆਂ ਰਹਿ ਗਈਆਂ। ਅੰਗ 556 556 ਸ਼ਲੋਕ ਮਹੱਲਾ ਪਹਿਲਾ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਕਲੀ ਮਤਲਬ ਜਿਹੜੀ ਹੈ ਕਲਾ ਦਾ ਯੁੱਗ ਹੈ, ਜਿਹੜਾ ਕਲ ਕਲੇਸ਼ ਦਾ ਯੁੱਗ ਹੈ, ਜਿਹੜਾ ਕਹਿੰਦੇ ਇਹਦੇ ਅੰਦਰ ਜਿਹੜਾ ਹੈਗਾ ਕਲ ਕਲੇਸ਼, ਇਹਦੇ ਅੰਦਰ ਜਿਹੜਾ ਹੈ ਕਹਿੰਦੇ ਇਨਸਾਨ ਤਾਂ ਨਹੀਂ ਹੈਗੇ, ਜਿੰਨ ਹੈਗੇ, ਜਿੰਨ ਭੂਤ। ਲੋਕੀ ਜਿਹੜੇ ਆ ਕਹਿੰਦੇ ਬਸ ਜਿੰਨ ਹੀ ਪੈਦਾ ਹੋ ਰਹੇ ਆ, ਜਿਨ੍ਹਾਂ ਦਾ ਅਵਤਾਰ। ਇਹ ਸਰੀਰ ਨੂੰ ਜਿਹੜਾ ਹੈਗਾ, ਸਰੀਰ ਜਿਵੇਂ ਇਹਨਾਂ ਦਾ ਕੋਲ ਹੈ ਹੀ ਨਹੀਂ ਹੈ, ਸਰੀਰ ਇਹਨਾਂ ਦਾ ਸਰੀਰ ਤੋਂ ਜਿਹੜਾ ਹੈਗਾ ਇਹ ਸਰੀਰ ਦਾ ਕੁਝ ਵੀ ਨਹੀਂ ਕਰ ਰਹੇ। ਜਿੰਨ ਕੋਲ ਤਾਂ ਸਰੀਰ ਹੀ ਨਹੀਂ ਹੁੰਦਾ, ਇਹਨਾਂ ਕੋਲ ਸਰੀਰ ਹੋ ਕੇ ਵੀ ਜਿਹੜਾ ਸਰੀਰ ਨੂੰ ਜਿਹੜਾ ਹੈਗਾ ਸਰੀਰ ਦਾ ਉਪਯੋਗ ਨਹੀਂ ਕਰ ਰਹੇ। ਸ਼ਲੋਕ ਮਹੱਲਾ ਪਹਿਲਾ। ਕਲੀ ਅੰਦਰ ਨਾਨਕਾ ਜਿਨ੍ਹਾਂ ਦਾ ਅਵਤਾਰ, ਪੁੱਤ ਜਨੂਰਾ ਧੀ ਜਨੂਰੀ, ਜੋਰੂ ਜਿਨ੍ਹਾਂ ਦਾ ਸਿਕਦਾਰ। ਸਿਕਦਾਰ ਮਤਲਬ ਸਰਦਾਰ। ਕਹਿੰਦੇ ਪੁੱਤ ਵੀ ਜਿੰਨ ਆ, ਧੀ ਵੀ ਜਨੂਰੀ ਆ, ਪ੍ਰੇਤ ਪ੍ਰੇਤਨੀ, ਤੇ ਜਿਹੜੀ ਜੋਰੂ ਹੈ ਘਰ ਵਾਲੀ ਹੈਗੀ, ਕਹਿੰਦੇ ਉਹ ਤਾਂ ਜਿਨ੍ਹਾਂ ਦਾ, ਉਹ ਤਾਂ ਸਰਦਾਰ ਆ ਉਹਨਾਂ ਦਾ। ਜਿੰਨੀ ਪੈਦਾ ਕਰ ਰਹੀ ਹੈ। ਬੱਚਿਆਂ ਨੂੰ ਜਿਹੜਾ ਹੈਗਾ ਸਿੱਖਿਆ ਨਹੀਂ ਮਿਲ ਰਹੀ ਸਹੀ, ਜਿਹੜੀ ਹੈਗੀ ਆ ਉਹਨਾਂ ਨੂੰ ਬਈ ਸਰੀਰ ਦਾ ਕੀ ਕਰਨਾ ਹੈ, ਕਿਉਂ ਸਰੀਰ ਦਿੱਤਾ ਮਾਲਕ ਪਰਮਾਤਮਾ ਨੇ। ਇਹ ਜਿਹੜੀ ਖਾਸ ਕਰ ਮਾਂ ਦੀ ਤਾਂ ਜਿਹੜੀ ਹੈਗੀ ਨਾ, ਇਹ ਖਾਸ ਜਿਹੜੀ ਡਿਊਟੀ ਮਾਂ ਦੀ ਹੈ। ਬਚਪਨ ਦੇ ਵਿੱਚ ਜੇ ਬੱਚੇ ਦੀ ਘੜ ਦਿੱਤੀ ਜਾਏ ਤੇ ਬੱਚਾ ਜਿਹੜਾ ਹੈਗਾ ਕਦੀ ਜੀਵਨ ਦੇ ਵਿੱਚ ਜਿਹੜਾ ਹੈਗਾ ਉਹ ਧਰਮ ਤੋਂ ਵਿਚਲਿਤ ਨਹੀਂ ਹੁੰਦਾ। ਜੇ ਮਾਇਆ ਪ੍ਰਭਾਵ ਵੀ ਕਰੇਗੀ ਨਾ, ਫਿਰ ਵਾਪਸ ਜਿਹੜਾ ਹੈਗਾ ਉਹ ਵਾਪਸ ਉਹ ਧਰਮ ਦੇ ਉੱਤੇ ਆ ਜਾਏਗਾ। ਉਹਨੂੰ ਡਿਫਰੈਂਸ ਲੱਗੇਗਾ ਵੀ ਉਹਦੇ ਜਿਹੜੇ ਹੈਗੇ ਅਵਗੁਣ ਤੇ ਉਹਦੇ ਗੁਣਾਂ ਦੇ ਵਿੱਚ ਜਿਹੜਾ ਹੈਗਾ ਉਹਨੂੰ ਡਿਫਰੈਂਸ ਪਤਾ ਲੱਗ ਜਾਏਗਾ, ਔਰ ਫਿਰ ਉਹ ਸ਼ਿਫਟ ਹੋ ਜਾਏਗਾ ਵਾਪਸ। ਇਹ ਪਹਿਲੀ ਪਾਤਸ਼ਾਹੀ ਦਾ ਸ਼ਲੋਕ ਹੈਗਾ। ਸੁਖਵਿੰਦਰ ਜੀ ਕੁਝ ਕਮੈਂਟ? ਹਾਂਜੀ ਦੇਖੋ, ਜਿਹੜੇ ਉਹ ਜਿੰਨ ਜਾਂ ਪ੍ਰੇਤ ਆਤਮਾ, ਦੇਵ ਆਤਮਾ ਦੀਆਂ ਗੱਲਾਂ ਹੁੰਦੀਆਂ, ਉਹ ਆਤਮਾ ਉਹ ਸਰੀਰ ਜਿਹੜੇ ਹੈਗੇ ਉਹ ਬਿਨਾਂ ਮਤਲਬ ਸੂਖਸ਼ਮ ਸਰੀਰ ਦੇ ਵਿੱਚ ਮੌਜੂਦ ਨੇ, ਹਰ ਥਾਂ ਮੌਜੂਦ ਨੇ ਉਹ। ਪਰ ਜੇ ਉਹ ਸਰੀਰ ਹੁੰਦੇ ਹੋਏ ਉਹਦਾ ਉਪਯੋਗ ਨਹੀਂ ਕਰ ਰਹੇ, ਉਹਦੀ ਬੁਝਾਰਤ ਨੂੰ ਬੁੱਝਣ ਲਈ ਇੱਕ ਸਟੈਪ ਵੀ ਨਹੀਂ ਤੁਰ ਰਹੇ, ਤਾਂ ਫਿਰ ਉੱਤੇ ਤੇ ਉਹ ਨਾ ਜੰਮੇ ਜਾਂ ਨਾ ਜੰਮੇ, ਫਿਰ ਤਾਂ ਇੱਕੋ ਗੱਲ ਹੈ। ਬਿਲਕੁਲ ਸਹੀ ਗੱਲ ਹੈ। ਉੱਥੇ ਖੜੇ ਆ ਉਹ, ਕੋਈ ਫਰਕ ਨਹੀਂ ਹੈ। ਬਿਲਕੁਲ ਉਹ ਕੋਈ ਪੁੱਤ ਧੀ ਜਾਂ ਪਤਨੀ ਨੂੰ ਨਿੰਦਣ ਦੀ ਗੱਲ ਨਹੀਂ ਇਹਦੇ ਚ। ਕਹਿੰਦੇ ਵੀ ਸਾਰਾ ਜਿੱਥੋਂ ਉੱਪਰੋਂ ਆ ਰਿਹਾ ਇਹ, ਜੇ ਸਾਰਾ ਜਿਹੜਾ ਤੁਹਾਨੂੰ ਅੱਗੇ ਲੱਗਿਆ ਤੁਹਾਡੇ, ਉਹ ਵੀ ਜਿੰਨ ਹੀ ਹੈ, ਜਦ ਦੱਸ ਹੀ ਨਹੀਂ ਰਿਹਾ ਤੁਹਾਨੂੰ ਉਲਟੇ ਰਸਤੇ ਪਾ ਰਿਹਾ ਉਹ ਜਿੰਨ ਤੋਂ ਘੱਟ ਹੈ ਕਿਤੇ। ਬਿਲਕੁਲ। ਤੇ ਉਹ ਛੋਟੇ ਜਿੰਨ, ਵੱਡੇ ਜਿੰਨ, ਉਦੋਂ ਛੋਟਾ ਮਤਲਬ ਉਹ ਫੀਮੇਲ ਜਿੰਨ ਤੇ ਮੇਲ ਜਿੰਨ, ਬਸ ਉਹ ਚੱਲੀ ਜਾ ਰਿਹਾ ਅੱਗੇ, ਸਿਲਸਿਲਾ ਚੱਲੀ ਜਾ ਰਿਹਾ। ਉਹ ਕਹਿੰਦੇ ਵੀ ਇਹ ਕਲਾ ਦੇ ਯੁੱਗ ਦੇ ਵਿੱਚ ਜੇ ਤੁਸੀਂ ਬੁਝਾਰਤ ਨੂੰ ਨਹੀਂ ਬੁੱਝਿਆ ਨਾ, ਤਾਂ ਫਿਰ ਤੁਸੀਂ ਇਹ ਸਮਝੋ ਕਿ ਤੁਸੀਂ ਜਿੰਨ ਭੂਤ ਹੀ ਹੋ। ਤੁਸੀਂ ਕੋਈ ਇਨਸਾਨ ਦੇ ਜਾਮੇ ਦੇ ਵਿੱਚ, ਨਾਮ ਨੂੰ ਹੀ ਤੁਸੀਂ ਇਨਸਾਨ ਦੇ ਜਾਮੇ ਚ ਹੋ, ਅਦਰਵਾਈਜ਼ ਅਸੀਂ ਜਿੰਨ ਭੂਤ ਹੀ। ਬਿਲਕੁਲ ਸਹੀ ਗੱਲ ਹੈ, ਕਿਉਂਕਿ ਆਪਾਂ ਸਰੀਰ ਦਾ ਜਿਹੜਾ ਹੈਗਾ ਉਪਯੋਗ ਤਾਂ ਕਰ ਹੀ ਨਹੀਂ ਰਹੇ ਸਰੀਰ ਦਾ। ਜਿਵੇਂ ਬਗੈਰ ਸਰੀਰ ਦੇ ਹੋਈਏ, ਤੇ ਜਿਹੇ ਜਿਹਾ ਬਗੈਰ ਸਰੀਰ ਦੇ ਉਹੇ ਜਿਹੇ ਜਿੰਨ ਹੈਗੇ ਉਹੇ ਜਿਹੇ ਆਪਾਂ ਵੀ ਹੈਗੇ। ਕਿ ਫਰਕ ਕੀ ਹੈਗਾ? ਕਿਉਂਕਿ ਬਾਣੀ ਜਿਹੜੀ ਹੈ ਉਹ ਕੋਈ ਵਨ ਸਾਈਡਡ ਨਹੀਂ ਹੈ। ਇੱਕ ਜਗ੍ਹਾ ਤੇ ਕਹਿੰਦੀ ਵੀ ਹੈ ਨਾ, ਪੋਤਾ ਮਾਤਾ ਕੀ ਅਸੀਸ ਨਿਮਕ ਨਾ ਬਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਉਹ ਤਾਂ ਉਹਦੀ ਤਾਂ ਅਸੀਸ ਅਸੀਂ ਲੈਂਦੇ ਹੀ। ਬਿਲਕੁਲ ਸਹੀ ਗੱਲ ਹੈ। ਔਰ ਜਿਹਨੇ ਅਸੀਸ ਦੇਣੀ ਹੈ, ਜਦ ਉਹਦੇ ਪੱਲੇ ਨਹੀਂ ਕੁਛ, ਤੇ ਤੁਸੀਂ ਕਿੱਥੋਂ ਅੱਗੇ ਅਸੀਂ ਉਹ ਪੁੱਤ ਧੀਆਂ ਉਹ ਕਿੱਦਾਂ ਦੇ ਹੋਣਗੇ? ਵੀ ਤਾਂ ਏਦਾਂ ਹੀ ਹੋਣਗੇ ਫਿਰ। ਅੱਗੇ ਮਹੱਲਾ ਪਹਿਲਾ। ਹੁਣ ਦੇਖੋ, ਇਸ ਤੋਂ ਬਾਅਦ ਆ ਸ਼ਲੋਕ ਆਇਆ। ਉਹ ਇੱਥੇ ਜਿਹੜਾ ਹੈਗਾ ਇਹਨੂੰ ਮੈਂ ਪੜ੍ਹਦਾ ਆ।
ਹਿੰਦੂ ਮਹੱਲਾ ਪਹਿਲਾ, ਹਿੰਦੂ ਮੂਲੇ ਭੂਲੇ ਅਖੁੱਟੀ ਜਾਹੀ। ਕਹਿੰਦੇ ਹਿੰਦੂ ਤਾਂ ਬਿਲਕੁਲ ਹੀ ਜਿਹੜੇ ਹੈਗੇ ਬਿਲਕੁਲ ਮੂਲ ਤੋਂ ਹੀ ਭੁੱਲੇ ਹੋਏ ਆ, ਬਿਲਕੁਲ ਗਲਤ ਪਾਸੇ ਜਾ ਰਹੇ ਆ, ਕੋਈ ਖੱਟੀ ਨਹੀਂ ਕਰ ਰਹੇ, ਅਖੁੱਟੀ ਕਰ ਰਹੇ ਆ, ਖੱਟੀ ਦੀ ਜਗ੍ਹਾ ਤੇ ਉਹਦਾ ਉਲਟਾ ਕਰ ਰਹੇ, ਨੁਕਸਾਨ ਕਰ ਰਹੇ। ਨਾਰਦ ਦੇ ਕਹਿ ਸੇ ਪੂਜ ਕਰਾਹੀ। ਕਹਿੰਦੇ ਜੋ ਨਾਰਦ ਨੇ ਕਿਹਾ ਆ, ਕਹਿੰਦੇ ਉਹੀ ਪੂਜਾ ਕਰ ਰਹੇ। ਹੁਣ ਨਾਰਦ ਨੇ ਕੀ ਕਿਹਾ ਭਾਈ, ਅੱਗੇ ਦੱਸਣਗੇ। ਅੰਧੇ ਗੂੰਗੇ ਅੰਧ ਅੰਧਾਰ। ਕਹਿੰਦੇ ਬਿਲਕੁਲ ਅੰਨੇ ਹੈਗੇ ਤੇ ਗੂੰਗੇ ਵੀ ਹੈਗੇ, ਬਿਲਕੁਲ ਹਨੇਰੇ ਦੇ ਵਿੱਚ ਹੈਗੇ, ਪਤਾ ਹੀ ਨਹੀਂ ਹੈਗਾ ਬਈ, ਠੋਕਰਾਂ ਖਾ ਰਹੇ ਆ ਤੇ ਕੋਈ ਜਿਹੜਾ ਹੈਗਾ ਰਸਤਾ ਪਤਾ ਨਹੀਂ ਕਿਹੜੇ ਪਾਸੇ ਨੂੰ ਜਾਣਾ ਹੈ, ਬਿਲਕੁਲ ਹਨੇਰੇ ਦੇ ਵਿੱਚ ਹੈ। ਕੀ ਕਰਦੇ ਆ, ਪਾਥਰ ਲੈ ਪੂਜੇ ਮੁਗਧ ਗਵਾਰ। ਕਹਿੰਦੇ ਪੱਥਰ ਨੂੰ ਲੈ ਕੇ ਪੱਥਰ ਦੀ ਪੂਜਾ ਕਰਦੇ ਆ। ਓਏ ਜਹਾਂ ਆਪ ਡੁੱਬੇ ਤੁਮ ਕਹਾਂ ਤਰਨਹਾਰ। ਕਹਿੰਦੇ ਦੱਸੋ ਭਾਈ, ਪੱਥਰ ਜਿਹੜਾ ਹੈਗਾ, ਜੇ ਪੱਥਰ ਦੀ ਪੂਜਾ ਕਰਦੇ ਹੋ ਤੇ ਪੱਥਰ ਤਾਂ ਖੁਦ ਹੀ ਡੁੱਬ ਜਾਂਦਾ ਹੈ, ਤੇ ਪੱਥਰ ਤੋਂ ਆਪਾਂ ਉਮੀਦ ਕਰੀਏ ਵੀ ਉਹ ਸਾਨੂੰ ਤਾਰ ਦਊਗਾ। ਇਹ ਕਿਸ ਤਰ੍ਹਾਂ ਹੋ ਸਕਦਾ ਭਾਈ, ਜਿਹੜਾ ਪੱਥਰ ਆਪ ਹੀ ਡੁੱਬ ਰਿਹਾ ਹੈ, ਆਪ ਹੀ ਡੁੱਬ ਜਾਂਦਾ ਆ, ਤੇ ਉਹ ਦੂਸਰੇ ਨੂੰ ਕਿਵੇਂ ਤਾਰੂਗਾ? ਲੱਕੜ ਤਾਂ ਤਾਰ ਸਕਦੀ ਹੈ, ਪੱਥਰ ਕਿਵੇਂ ਤਾਰ ਦੂਗਾ? ਹੁਣ ਇੱਥੇ ਜਿਹੜਾ ਹੈਗਾ ਹਿੰਦੂ ਨੂੰ ਥੋੜੀ ਨਾ ਕਹਿ ਰਹੇ ਆ ਮਹਾਰਾਜ, ਇਹ ਐਗਜ਼ਾਮਪਲ ਦਿੱਤਾ ਆ। ਇਹ ਕਹਿੰਦੇ ਸਾਰੇ ਜਿੰਨ ਹੈਗੇ, ਜਿੰਨ ਆ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਕਰ ਰਹੇ ਆ, ਧਰਮ ਦੇ ਰਸਤੇ ਤੇ ਵੀ ਤੁਰ ਰਹੇ। ਕੋਈ ਹਿੰਦੂ ਦੇਖ ਲਓ, ਮੁਸਲਮਾਨ ਦੇਖ ਲਓ, ਸਿੱਖ ਦੇਖ ਲਓ, ਕੋਈ ਧਿਆਨ ਸਿਮਰਨ ਕਰ ਰਿਹਾ, ਕੋਈ ਆਪਣੇ ਅੰਦਰ ਵੜ ਰਿਹਾ ਹੈ, ਕੋਈ ਆਪਣੇ ਵਿਚਾਰ ਬੰਦ ਕਰ ਰਿਹਾ ਹੈ ਨਾ, ਕੋਈ ਪਹਿਰਾ ਦੇ ਰਿਹਾ ਆਪਣੇ ਮਨ ਦੇ ਉੱਤੇ। ਬਸ ਆਹੀ ਪ੍ਰੋਬਲਮ ਹੈਗੀ ਆ। ਇਹ ਇੱਕ ਪਰਟੀਕੁਲਰਲੀ ਹਿੰਦੂ ਨਹੀਂ, ਆਪਾਂ ਸਾਰਿਆਂ ਦੀ ਪ੍ਰੋਬਲਮ ਹੈਗੀ ਆ। ਹਾਂਜੀ ਸੁਖਵਿੰਦਰ ਜੀ। ਹਾਂਜੀ, ਉਹ ਮੂਲ ਦੇਖੋ, ਇਹ ਕਹਿੰਦੇ ਹਿੰਦੂ ਮੂਲ ਹੈ, ਕਿਉਂਕਿ ਉਸ ਟਾਈਮ ਦੇ ਉੱਤੇ ਇਸ ਹਿੰਦੁਸਤਾਨ ਦੇ ਅੰਦਰ ਜ਼ਿਆਦਾਤਰ ਮੈਜੋਰਿਟੀ ਜਿਹੜੀ ਸੀ ਉਹ ਇਹੀ ਸੀ। ਇਹਨਾਂ ਦੇ ਵਿੱਚੋਂ ਹੀ ਦੇਖੋ ਇਹ ਜਿਹੜੀ ਜਿਹਨਾਂ ਸਾਡਾ ਜਿਹੜੇ ਸਿੱਖੀਜ਼ਮ ਦੇ ਵਿੱਚ ਉਹ ਬਾਗੀ ਹੋ ਕੇ ਉਹਨਾਂ ਤੋਂ ਉਹ ਕਹਿੰਦੇ ਵੀ ਤੁਸੀਂ ਆਹ ਕੀ ਕਰੀ ਜਾ ਰਹੇ ਹੋ, ਇਹਦੇ ਤੇ ਤਾਂ ਕੁਛ ਖੇਡ ਬਣ ਨਹੀਂ ਰਹੀ ਤੁਹਾਡੀ। ਤੇ ਉਹਨਾਂ ਨੇ ਫਿਰ ਇਹ ਸਾਰੀ ਜਿਹੜੀ ਬਾਣੀ ਆਈ, ਜਦੋਂ ਧੁਰਕੀ ਬਾਣੀ ਜਦੋਂ ਆਈ, ਉਹ ਫਿਰ ਅੱਗੇ ਉਹਨਾਂ ਨੂੰ ਐਕਸਪਲੇਨ ਕਰਕੇ ਦੱਸ ਰਹੇ ਵੀ ਤੁਸੀਂ ਤਾਂ ਬਿਲਕੁਲ ਹੀ ਡੁੱਬੇ ਪਏ ਹੋ। ਤੇ ਉਹ ਹੁਣ ਮਾਫ ਕਰਨਾ, ਇਹ ਤਾਂ ਹੁਣ ਅਸੀਂ ਵੀ ਤਾਂ ਡੁੱਬ ਹੀ ਜਾਵਾਂਗੇ ਜੇ ਇਦਾਂ ਹੀ ਚੱਲਾਂਗੇ। ਅਸੀਂ ਵੀ ਤਾਂ ਬਸ ਉਹੀ ਕੰਮ ਫੜ ਲਿਆ, ਬਿਲਕੁਲ ਜਿਹੜੀ ਕੰਮ ਨੂੰ ਮਨਾ ਕਰ ਰਹੇ ਆ। ਹਾਂਜੀ, ਖੁਦ ਉਹ ਜਾਗਤ ਜੋਤ ਜਿਹੜੀ ਉਹ ਕਹਿ ਰਹੀ ਹੈ ਵੀ ਉਹ ਮੂਲੇ ਤੋਂ ਹੀ ਭੁੱਲੇ ਹੋਏ ਹੋ ਤੁਸੀਂ, ਪੱਥਰ ਤੁਹਾਨੂੰ ਕਿੱਦਾਂ ਤਰਾ ਦੂਗਾ, ਤੇ ਤੁਸੀਂ ਮਤਲਬ ਦੱਸੋ ਹੁਣ ਕਿੱਦਾਂ ਨਿਕਲਾਂਗੇ? ਆਪਾਂ ਵੀ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਹੈਗਾ ਕੱਲਾ ਇਸ ਤਰ੍ਹਾਂ ਹੀ ਪੂਜਾ ਕਰ ਰਹੇ ਹਾਂ। ਆਪਾਂ ਕਿਹੜਾ ਉਹਨਾਂ ਦੀ ਗੱਲ ਮੰਨ ਰਹੇ ਹਾਂ? ਉਹ ਤਾਂ ਕਹਿੰਦੇ ਵੀ ਧਿਆਨ ਸਿਮਰਨ ਕਰੋ, ਆਪਣੇ ਅੰਦਰ ਵੜੋ, ਆਪਣੇ ਵਿਚਾਰ ਰੋਕੋ, ਮਨ ਦੇ ਉੱਤੇ ਪਹਿਰਾ ਦਿਓ, ਮਨ ਕਹਾਂ ਚਲੋ ਰਹੋ ਘਰੇ। ਆਪਾਂ ਕਿਹੜਾ ਇਹ ਕੰਮ ਕਰ ਰਹੇ ਗੁਰੂ ਗ੍ਰੰਥ ਸਾਹਿਬ ਦਾ? ਬਸ ਮੱਥਾ ਟੇਕ ਕੇ ਆ ਜਾਂਦੇ। ਬਿਲਕੁਲ ਹਾਂ, ਇਸ ਕਰਕੇ ਆਪਾਂ ਕਿਸੇ ਦੂਸਰੇ ਨੂੰ ਨਾ ਕਹਿ ਕੇ ਸਾਰੇ ਦੇ ਸਾਰੇ ਜਿਹੜੇ ਹੈਗੇ ਆ ਸਾਰਿਆਂ ਉਸੇ ਕੈਟੇਗਰੀ ਚ ਹੀ ਆ। ਕੋਈ ਵੀ ਨਹੀਂ, ਕੋਈ ਕਿਸੇ ਅਸੀਂ ਆਪਣੇ ਤੇ ਵੀ ਲਾਈਏ, ਉਹੀ ਤਾਂ ਕਹਿ ਰਹੇ ਹਾਂ ਅਸੀਂ। ਮਾਫ ਕਰਨਾ ਮੈਂ ਇਸ ਕਰਕੇ ਕਿਹਾ, ਅਸੀਂ ਆਪਣੇ ਤੇ ਵੀ ਲਾਈਏ, ਅਸੀਂ ਕੀ ਕਰ ਰਹੇ ਹਾਂ, ਹੈਨਾ? ਤੇ ਉਹ ਕਹਿੰਦੇ ਤੁਸੀਂ ਅੱਖਾਂ ਨਾਲ ਤੈਨੂੰ ਦਿਸਦਾ ਨਹੀਂ, ਤੂੰ ਗੂੰਗਾ ਬੋਲ ਨਹੀਂ ਸਕਦਾ, ਬਿਲਕੁਲ ਕਿਉਂ ਅੰਨੇ ਹੋ ਤੁਸੀਂ? ਹਨੇਰੇ ਚ ਤੁਸੀਂ ਟੱਕਰਾਂ ਮਾਰਦੇ ਫਿਰਦੇ ਹੋ, ਜਿੱਥੇ ਤੁਹਾਨੂੰ ਰਸਤਾ ਨਹੀਂ ਹੈ ਤੇ ਤੁਸੀਂ ਕੀ ਕਰ ਰਹੇ ਹੋ? ਤੇ ਪੱਥਰ ਨੇ ਤੁਹਾਨੂੰ ਤਰਾ ਦੇਣਾ, ਜਿਹੜਾ ਆਪ ਹੀ ਡੁੱਬ ਜਾਣਾ। ਦੇਖੋ ਉਹ ਤਰ ਜੂਗਾ, ਉਹਨੇ ਕਿਹਨੂੰ ਤੁਹਾਨੂੰ ਬੇੜੀ ਹੈ ਉਹਦੀ ਚੜ ਕੇ ਪਾਰ ਹੋ ਜਾਓਗੇ, ਕਿਤੇ ਨਹੀਂ ਕੁਛ ਹੋ ਸਕਦਾ। ਉਹ ਇਸ ਕਰਕੇ ਕਹਿੰਦੇ ਵੀ ਤੁਸੀਂ ਅਸਲੀ ਜਿਹੜਾ ਰਸਤਾ ਅੱਗੇ ਮੇਰੇ ਖਿਆਲ ਦੱਸਣਗੇ ਸ਼ਾਇਦ, ਤੇ ਉਹ ਕਹਿੰਦੇ ਵੀ ਉਹ ਕੰਮ ਨਾਲ ਹੀ ਨਿਕਲ ਸਕਦੇ ਹੋ, ਅਦਰਵਾਈਜ਼ ਤੁਸੀਂ ਏਦਾਂ ਹੀ ਤੁਸੀਂ ਫਿਰ ਭੂਤ ਜਿੰਨ ਬਣੇ ਹੋ, ਫਿਰ ਤਾਂ ਕੋਈ ਚੱਕਰ ਨਹੀਂ, ਫਿਰ ਫਰਕ ਕੋਈ ਨਹੀਂ ਹੈ। ਕਿਉਂਕਿ ਮਰਨਾ ਤਾਂ ਕਿਸੇ ਨੇ ਹੈ ਨਹੀਂ, ਉਹ ਸਰੀਰ ਛੱਡ ਕੇ ਜਾਓਗੇ ਤਾਂ ਬਸ ਉਹ ਭੂਤ ਜਿੰਨ ਬਣੇ, ਉਹ ਦੂਜੇ ਉਹ ਸਹੀ ਫਾਰਮ ਚ ਆ ਜਾਓਗੇ, ਜਿੱਥੇ ਤੁਸੀਂ ਕਮਿਊਨੀਕੇਟ ਵੀ ਨਹੀਂ ਕਰ ਪਾਓਗੇ, ਬੈਠੇ ਰਹੋ। ਬਿਲਕੁਲ ਸਹੀ ਗੱਲ ਆ। ਔਰ ਰਸਤਾ ਤਾਂ ਇੱਕੋ ਹੀ ਹੈ, ਜੋ ਮਾਲਕ ਨੇ ਰਸਤਾ ਰੱਖਿਆ ਹੈ ਉਸ ਤੋਂ ਇਲਾਵਾ ਕੋਈ ਰਸਤਾ ਹੀ ਨਹੀਂ ਹੈ। ਮਾਲਕ ਨੇ ਤਾਂ ਇੱਕੋ ਹੀ ਰਸਤਾ ਰੱਖਿਆ ਹੈ ਭਾਈ, ਬਸ। ਹਿੰਦੂ ਹੋਏ, ਮੁਸਲਮਾਨ, ਸਿੱਖ, ਈਸਾਈ, ਜਿਹੜਾ ਮਰਜੀ ਹੋਏ, ਰਸਤਾ ਤਾਂ ਉਹੀ ਹੈ ਭਾਈ। ਆਪਣੇ ਅੰਦਰ ਹੀ ਵੜਨਾ, ਮਨ ਦੇ ਵਿੱਚ ਵੜਨਾ ਪਊਗਾ। ਸੁਰਤ ਜਿਹੜੀ ਹੈਗੀ ਹੈ ਮਨ ਦੇ ਵਿੱਚ ਲੈ ਕੇ ਜਾਣੀ ਪਊਗੀ। ਇਹ ਜਿਹੜੇ ਹੈਗੇ ਸੁਰਤ, ਮਤ, ਮਨ, ਬੁੱਧ ਜਿਹੜੀ ਇਹਨਾਂ ਨੂੰ ਘੜਨਾ ਪਊਗਾ ਭਾਈ, ਤਾਂ ਦੀ ਗੱਲ ਬਣਨੀ ਆ। ਨਹੀਂ ਤਾਂ ਜਿਹੜਾ ਹੈਗਾ
ਹੋਰ ਕੋਈ ਤਰੀਕਾ ਹੀ ਨਹੀਂ ਹੈਗਾ। ਉਹ ਗਿਆਨ ਦੀ ਉਹਦੇ ਪਲੀਤੇ ਤੇ ਉਹਦੀ ਆਉਂਦੀ ਹੈ ਨਾ ਜੀ ਤੁਕ, ਗੋਲਾ ਗਿਆਨ ਕੀ ਆਉਂਦੀ ਹੈ, ਉਹ ਵੀ ਤੁਸੀਂ ਕਰਦੇ ਹੁੰਦੇ ਜੀ। ਬਿਲਕੁਲ ਬਿਲਕੁਲ ਕਬੀਰ ਸਾਹਿਬ ਦੀ। ਹਾਂ, ਪ੍ਰੇਮ ਪਲੀਤਾ ਸੁਰਤ ਹਵਾਈ ਗੋਲਾ ਗਿਆਨ ਚਲਾਇਆ। ਬਿਲਕੁਲ ਇਹੀ ਤਰੀਕਾ ਹੈ, ਹੋਰ ਕੋਈ ਇਲਾਜ ਨਹੀਂ। ਬਿਲਕੁਲ। ਪੌੜੀ ਸਭ ਕਿਉ ਤੇਰਾ ਵਸ ਹੈ ਤੂੰ ਸੱਚਾ ਸ਼ਾਹ। ਕਹਿੰਦੇ ਮਾਲਕਾ ਸਾਰਾ ਕੁਛ ਤੇਰੇ ਵਸ 'ਚ ਆ, ਤੂੰ ਤਾਂ ਗੇਮ ਪਾਈ ਹੋਈ ਆ, ਤੂੰ ਹੀ ਜਿਹੜੀ ਮਾਇਆ ਬਣਾਈ ਹੋਈ ਆ, ਤੂੰ ਹੀ ਜਿਹੜਾ ਹੈਗਾ ਇਹ ਜਿਹੜੇ ਹੈਗੇ ਆ ਹਨੇਰਾ ਪਾਇਆ ਹੋਇਆ ਹੈ ਮਾਇਆ ਦਾ, ਸਵਾਦਾਂ ਦਾ, ਪਦਾਰਥਾਂ ਦਾ, ਸਾਰਾ ਕੁਛ ਤੇਰੇ ਵਸ 'ਚ ਆ, ਤੂੰ ਸੱਚਾ ਸ਼ਾਹੂਕਾਰ ਹੈਗਾ। ਬਸ ਸਾਰਾ ਕੁਛ ਮਾਲਕ ਦੇ ਵਸ 'ਚ ਆ ਔਰ ਸ਼ਾਹੂਕਾਰ ਹੈਗਾ, ਉਹਦੇ ਕੋਲੋਂ ਹੀ ਆਪਾਂ ਨੇ ਲੈਣਾ ਹੈ ਭਾਈ। ਜਿਹੜੀ ਚੀਜ਼ ਮੰਗਾਂਗੇ ਉਹ ਸ਼ਾਹੂਕਾਰ ਦੇ ਦਿੰਦਾ। ਬਾਕੀ ਉਹਨੇ ਦੁਨੀਆ 'ਚ ਆਪਾਂ ਨੂੰ ਭੇਜਿਆ ਹੈ ਤੇ ਦੁਨੀਆ ਦੇ ਪਦਾਰਥ ਵਗੈਰਾ ਤਾਂ ਉਹਨੇ ਦੇਣੇ ਹੀ ਦੇਣੇ ਆ, ਕਿਉਂਕਿ ਜਿੰਨੀ ਕੁ ਨੈਸੈਸਿਟੀ ਹੈ ਮਾਲਕ ਨੇ ਦੇਣੀ ਹੈਗੀ। ਸਭ ਕਿਉ ਤੇਰੇ ਵਸ ਹੈ ਤੂੰ ਸੱਚਾ ਸ਼ਾਹ, ਭਗਤ ਰਤੇ ਰੰਗ ਏਕ ਹੈ ਪੂਰਾ ਵਿਸਾ। ਦੇਖ ਲਓ ਭਾਈ, ਜਿਨ੍ਹਾਂ ਨੂੰ ਗਿਆਨ ਹੋ ਜਾਂਦਾ ਹੈ ਤੇ ਉਹ ਜਿਹੜੇ ਹੈਗੇ ਕੱਚ ਦੇ ਨਾਲ ਨਹੀਂ ਜੁੜਦੇ ਭਾਈ, ਉਹ ਜਿਹੜੇ ਕਰਮ ਕਾਂਡਾਂ ਦੇ ਨਾਲ ਨਹੀਂ ਜੁੜਦੇ, ਉਹ ਜਿਹੜੇ ਹੈਗੇ ਆਕਾਰ ਦੀ ਪੂਜਾ ਨਹੀਂ ਕਰਦੇ। ਭਗਤ ਰਤੇ ਰੰਗ ਏਕ ਹੈ ਪੂਰਾ ਵਿਸਾ। ਉਹ ਇੱਕ ਮਾਲਕ ਪਰਮਾਤਮਾ ਦੇ ਰੰਗ ਦੇ ਵਿੱਚ ਰੱਤੇ ਜਾਂਦੇ ਆ, ਉਹਨਾਂ ਨੂੰ ਪੂਰਾ ਭਰੋਸਾ ਹੈਗਾ ਉਸ ਮਾਲਕ ਪਰਮਾਤਮਾ ਦੇ ਉੱਤੇ। ਏਕ ਕਹਿ ਭਗਤ ਰਤੇ ਰੰਗ ਏਕ ਕਹਿ ਪੂਰਾ ਵਿਸਾ, ਅੰਮ੍ਰਿਤ ਭੋਜਨ ਨਾਮ ਹਰ ਰਜ ਰਜ ਜਨ ਖਾਓ। ਕਹਿੰਦੇ ਉਹ ਅੰਮ੍ਰਿਤ ਭੋਜਨ ਕਰਦੇ ਆ ਭਾਈ, ਅੰਮ੍ਰਿਤ ਦਾ ਭੋਜਨ ਇਹਦੇ ਵਾਸਤੇ ਜਿਹੜੇ ਹੈਗੇ ਆ ਉਹ ਭਗਤੀ ਕਰਦੇ ਆ, ਉਹ ਨਾਮ ਧਨ ਇਕੱਠਾ ਕਰਦੇ ਆ ਔਰ ਰੱਜ ਰੱਜ ਕੇ ਖਾਂਦੇ ਆ। ਸਭ ਪਦਾਰਥ ਪਾਈਨ ਸਿਮਰਨ ਸੱਚ ਲਾਹੋ। ਔਰ ਸਾਰੇ ਪਦਾਰਥ ਕਹਿੰਦੇ ਇਹਦੇ ਵਿੱਚ ਹੀ ਆ ਜਾਂਦੇ ਆ ਭਾਈ। ਸੱਚਾ ਲਾਭ ਜਿਹੜਾ ਹੈਗਾ ਉਹ ਸਿਮਰਨ ਹੈਗਾ, ਸਮਰਨ ਕਰਨਾ ਪਰਮਾਤਮਾ ਨੂੰ। ਆਇਆ ਸਭੇ ਪਦਾਰਥ ਪਾਈਨ ਸਿਮਰਨ ਸੱਚ ਲਾਹੋ, ਸੰਤ ਪਿਆਰੇ ਪਾਰ ਬ੍ਰਹਮ ਨਾਨਕ ਹਰ ਅਗਮ ਅਗਾਹ। ਕਹਿੰਦੇ ਇਹ ਸੰਤ ਜਿਹੜੇ ਹੈਗੇ ਉਹ ਮਾਲਕ ਪਰਮਾਤਮਾ ਨੂੰ ਬਹੁਤ ਪਿਆਰੇ ਆ ਭਾਈ। ਉਸ ਅਗਮ ਅਗਾਹ ਨੂੰ ਜਿਹੜਾ ਨਹੀਂ ਗਮਿਆ ਜਾਂਦਾ, ਜਿਹਦਾ ਥਾ ਨਹੀਂ ਪਾਇਆ ਜਾਂਦਾ, ਗਾਹ ਨਹੀਂ ਪਾਇਆ ਜਾਂਦਾ, ਜਿਸ ਦਾ ਮਾਲਕ ਪਰਮਾਤਮਾ ਦਾ, ਉਸ ਨੂੰ ਇਹ ਸੰਤ ਬਹੁਤ ਪਿਆਰੇ ਹੈਗੇ ਭਾਈ। ਉਹ ਸੰਤਾਂ ਦੇ ਹਿਰਦੇ 'ਚ ਪ੍ਰਗਟ ਹੋ ਜਾਂਦਾ ਹੈ। ਹਾਂਜੀ ਸੁਖਿੰਦਰ ਜੀ। ਹਾਂ ਦੇਖੋ, ਪਹਿਲਾਂ ਸਾਡੇ ਅੰਦਰ ਚੋਟ ਕਰਕੇ ਵੀ ਤੁਸੀਂ ਭਾਈ ਨਿਕਲੋ ਇਸ ਰਸਤੇ ਚੋਂ। ਮਤਲਬ ਤੁਸੀਂ ਤਾਂ ਭੂਤ ਚਿੰਨ ਬਣੇ ਬੈਠੇ ਹੋ ਤੇ ਸਾਨੂੰ ਚੋਟ ਕਰਕੇ ਤੇ ਹੁਣ ਰਸਤਾ ਵੀ ਦਿਖਾ ਗਏ ਨਾਲ ਹੀ ਕਿ ਵੀ ਕਿੱਦਾਂ ਨਿਕਲਣਾ ਹੈ। ਕਹਿੰਦੇ ਉਹਦੇ ਅੱਗੇ ਅਰਦਾਸ ਕਰੋ, ਸਰੈਂਡਰ ਕਰੋ, ਕਿਉਂਕਿ ਉਹ ਸੱਚਾ ਸ਼ਾਹ ਉਹ ਹੈ, ਸਭ ਕੁਝ ਉਹਦੇ ਵੱਸ 'ਚ ਹੈ। ਬਿਲਕੁਲ। ਤੁਸੀਂ ਆਪਣੇ ਆਪ ਨੂੰ ਤੁਸੀਂ ਉਹਦੇ ਅੱਗੇ ਪ੍ਰੇਮ ਦੇ ਨਾਲ, ਉਹਦੇ ਨਾਲ ਤੁਸੀਂ ਉਹਦੇ ਅੱਗੇ ਨਤਮਸਤਕ ਹੋ ਜਾਓ, ਉਹਦੇ ਅੱਗੇ ਪ੍ਰਾਰਥਨਾ ਕਰੋ ਕਿ ਵੀ ਮਾਲਕਾ ਮੈਨੂੰ ਕੱਢ, ਮੈਂ ਇਸ ਰਸਤੇ ਦਾ ਭੇਦ ਮੈਨੂੰ ਦੇ। ਬਿਲਕੁਲ। ਮੈਨੂੰ ਕੁਛ ਨਹੀਂ ਪਤਾ, ਮੈਂ ਮੂਰਖ ਹੈ ਨਾ ਜੀ, ਅਜਾਣ ਹੂੰ। ਉਹ ਮਤਲਬ ਪ੍ਰਮਾਤਮਾ ਅੱਗੇ ਅਰਦਾਸ ਹੀ ਕਰਨੀ ਹੈ ਤੇ ਉਹਨੇ ਕੀ ਦੇਣੀ ਹੈ? ਗੁਰਮੁਖ, ਹਾਂਜੀ, ਬ੍ਰਹਮ ਗਿਆਨੀ, ਬ੍ਰਹਮ ਗਿਆਨ, ਸਭ ਕੁਛ ਰਸਤਾ ਦਿਖਾ ਦੇਣਾ ਉਹਨੇ ਵੀ ਕਰ ਲੈ। ਉਹ ਫਿਰ ਭਗਤ ਰੱਤੇ ਰੰਗ ਏਕ ਹੈ, ਬਸ ਉਹ ਰੱਤਿਆ ਜਾਂਦੇ ਆ। ਫਿਰ ਹੌਲੀ ਰੰਗ ਚੜੀ ਜਾਂਦਾ ਗੂੜਾ ਤੇ ਉਹ ਬਸ ਉਹ ਕਿਉਂਕਿ ਪੂਰਾ ਭਰੋਸਾ ਬੈਠ ਜਾਂਦਾ, ਭਰੋਸੇ ਦੇ ਨਾਲ ਹੀ ਗੱਲ ਬਣਨੀ ਹੈ। ਬਿਲਕੁਲ। ਜਦੋਂ ਪੂਰਾ ਵਿਸਾਹ ਹੋ ਗਿਆ ਫਿਰ ਤਾਂ ਮਿਲਣਾ ਕੀ ਹੈ ਉੱਥੋਂ? ਅੰਮ੍ਰਿਤ ਭੋਜਨ, ਹਨਾ ਜੀ, ਨਾਮ ਹਰ ਰੱਜ ਰੱਜ ਜਨ ਖਾਓ। ਖਾਓ ਖਰਚੋ, ਫਿਰ ਅੱਗੇ ਵੀ ਖਾਓ ਖਰਚੋ, ਰਲ ਮਿਲ ਭਾਈ, ਤੋੜ ਨਾ ਆਵੇ ਵੱਧ ਹੋ ਜਾਈ। ਉਹ ਐਸਾ ਖਜ਼ਾਨਾ ਜਿਹਨੂੰ ਵੰਡੀ ਜਾਓ ਤੇ ਖਾਈ ਜਾਓ, ਹੋਰ ਵਧੀ ਜਾਓ। ਕਮਾਲ ਆਨੰਦ ਹੀ ਆਨੰਦ ਹੈ। ਤੇ ਉਹ ਫਿਰ ਕਹਿੰਦੇ ਵੀ ਉਹ ਜਿਹੜਾ ਅਗਮ ਅਗਾ ਜਿਹਨੂੰ ਤੁਸੀਂ ਮਤਲਬ ਪਹੁੰਚ ਤੋਂ ਪਰੇ, ਉਹ ਪਾਰ ਬ੍ਰਹਮ ਜਿਹੜਾ ਹੈਗਾ, ਉਹ ਤਾਂ ਫਿਰ ਉਹ ਭਜਨ ਕਰਨ ਵਾਲੇ ਜਿਹੜੇ ਭਗਤ ਨੇ, ਤੂੰ ਭਗਤਾਂ ਕੇ ਬਸ ਭਗਤਾਂ ਉਹ ਤਾਂ ਤੇਰੇ ਨਾਲ ਹੀ ਹੈ। ਉਹ ਤਾਂ ਉਹਨਾਂ ਦੇ ਵੱਸ ਹੀ ਹੈ ਜੀ। ਪਰਮਾਤਮਾ ਆਪਣੇ ਆਪ ਹੀ ਤਾਂ ਸਾਰਾ ਕੁਝ ਹੋ ਰਿਹਾ, ਉਹ ਆਪ ਹੀ ਵਰਤ ਰਿਹਾ, ਉਹਨਾਂ ਨੂੰ ਭੇਦ ਪਤਾ ਲੱਗ ਗਿਆ ਬਸ ਜੀ। ਔਰ ਦੇਖ ਲਓ ਆਪਣੇ ਸੁਖਵਿੰਦਰ ਜੀ, ਇਹ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਪੰਜਵੀਂ ਪਾਤਸ਼ਾਹੀ ਨੇ ਜਿਹੜਾ ਹੈਗਾ ਇਹਦੀ ਐਡੀਟਿੰਗ ਕੀਤੀ ਹੈ।
पहला श्लोक किस तरह लगाया, उस तो बाद दूसरा श्लोक लगाया और देखो फिर पौड़ी ਦੇ ਵਿੱਚ ਜਿਹੜਾ ਹੈਗਾ ਉਹ ਦੱਸ ਵੀ ਦਿੱਤਾ ਬਈ ਰਸਤਾ ਤਾਂ ਆ ਹੈਗਾ ਭਾਈ। ਦੇਖੋ ਕੋਈ ਤਾਂ ਗਿਆਨ ਕਰਵਾ ਰਿਹਾ, ਇਸ ਤੋਂ ਜ਼ਿਆਦਾ ਹੁਣ ਕੌਣ ਕਰਵਾ ਦੇ ਗਿਆਨ। ਹਾਂ ਤੁਹਾਨੂੰ 21 ਸ਼ਲੋਕ ਦੇ ਵਿੱਚ ਤੁਹਾਨੂੰ ਪਹਿਲਾਂ ਦੱਸਿਆ ਵੀ ਆਹ ਕੁਝ ਹੋ ਰਿਹਾ ਬਈ ਤੇ ਆਹ ਕੁਝ ਚੱਲ ਰਿਹਾ ਹੁਣ, ਇਹ ਤੋਂ ਨਿਕਲਣ ਦਾ ਰਸਤਾ ਆ ਹੈਗਾ, ਤੁਸੀਂ ਆਹ ਰਸਤੇ ਤੇ ਤੁਰ ਲਓ ਤੇ ਸਹੀ ਟਿਕਾਣੇ ਤੇ ਪਹੁੰਚ ਜਾਓਗੇ, ਆਪਣੇ ਘਰ ਪਹੁੰਚ ਜਾਓਗੇ ਤੁਸੀਂ। ਬਿਲਕੁਲ ਹਾਂਜੀ ਹਾਂ। ਆਖਰੀ ਜਿਹੜਾ ਹੈਗਾ ਹੁਣ ਆਖਰੀ ਸ਼ਲੋਕ, ਆਖਰੀ ਪੌੜੀ ਤੇ ਉਹਦੇ ਸ਼ਲੋਕ ਤੀਸਰੀ ਪਾਤਸ਼ਾਹੀ ਦੇ ਸ਼ਲੋਕ ਲਗਾਇਆ ਮਹਾਰਾਜ ਨੇ। ਸ਼ਲੋਕ ਮਹਲਾ ਤੀਜਾ। ਸਭ ਕਿਛ ਹੁਕਮੇ ਆਮਦਾ ਸਭ ਕਿਛ ਹੁਕਮੇ ਜਾਏ। ਕਹਿੰਦੇ ਜੋ ਕੁਛ ਵੀ ਸ੍ਰਿਸ਼ਟੀ ਤੇ ਆ ਰਿਹਾ ਆ ਔਰ ਜਾ ਰਿਹਾ ਆ, ਕਿਸੇ ਨੂੰ ਮਿਲ ਰਿਹਾ ਆ ਔਰ ਕਿਸੇ ਕੋਲੋਂ ਖੁੱਸ ਰਿਹਾ ਆ, ਕੋਈ ਜੀਵ ਆ ਰਿਹਾ ਆ ਜਾ ਰਿਹਾ ਆ, ਇਹ ਸਾਰੇ ਦਾ ਸਾਰਾ ਉਸ ਮਾਲਕ ਪਰਮਾਤਮਾ ਦਾ ਹੁਕਮ ਚੱਲ ਰਿਹਾ ਹੈ ਭਾਈ। ਨੈਗੇਟਿਵਿਟੀ ਪੋਜ਼ਿਟਿਵਿਟੀ ਸਾਰੀ ਜੋ ਕੁਛ ਵੀ ਹੋ ਰਿਹਾ ਆ ਸ੍ਰਿਸ਼ਟੀ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਹੋ ਰਿਹਾ। ਉਹਨੇ ਪ੍ਰੋਵੀਜ਼ਨ ਕੀਤਾ ਆ। ਅਣਹੋਣੀ ਨਾਮ ਦੀ ਚੀਜ਼ ਕੋਈ ਨਹੀਂ ਹੈ, ਜੋ ਘਟ ਰਹੀ ਹੈ ਉਹ ਹੋਣੀ ਹੈ ਭਾਈ, ਮਾਲਕ ਨੇ ਉਹਦਾ ਪ੍ਰੋਵੀਜ਼ਨ ਕੀਤਾ ਹੈ। ਸਭ ਕਿਛ ਹੁਕਮੇ ਆਮਦਾ ਸਭ ਕਿਛ ਹੁਕਮੇ ਜਾਏ। ਜੇ ਕੋ ਮੂਰਖ ਆਪੋ ਜਾਣਾ ਅੰਧਾ ਅੰਧ ਕਮਾਏ। ਕਹਿੰਦੇ ਜੇ ਕੋਈ ਕਹਿੰਦਾ ਹੈ ਵੀ ਮੈਂ ਕਰ ਰਿਹਾ ਹਾਂ, ਮੈਂ ਕੀਤਾ ਹੈ, ਮੈਂ ਕੀਤਾ ਹੈ, ਤੇ ਕਹਿੰਦੇ ਉਹ ਮੂਰਖ ਹੈਗਾ ਭਾਈ। ਅੰਨਾ ਵੀ ਹੈਗਾ, ਅੰਨੀ ਕਮਾਈ ਕਰ ਰਿਹਾ ਹੈ ਭਾਈ, ਨੇਰੇ ਦੇ ਵਿੱਚ ਹੈਗਾ। ਨਾਨਕ ਹੁਕਮ ਕੋ ਗੁਰਮੁਖ ਬੁੱਝੈ ਜਿਸ ਨੂੰ ਕਿਰਪਾ ਕਰੇ ਰਜਾਏ। ਕਹਿੰਦੇ ਉਸ ਮਾਲਕ ਪਰਮਾਤਮਾ ਦਾ ਹੁਕਮ, ਸਾਰਾ ਕੁਝ ਹੁਕਮ ਦੇ ਨਾਲ ਆਉਂਦਾ ਹੈ, ਹੁਕਮ ਦੇ ਨਾਲ ਜਾਂਦਾ ਹੈ। ਔਰ ਉਸ ਮਾਲਕ ਦਾ ਹੁਕਮ ਜਿਹੜਾ ਹੈਗਾ ਉਹ ਕਾਹਦੇ ਵਾਸਤੇ ਮਨੁੱਖੀ ਸਰੀਰ ਦਿੱਤਾ ਹੈ ਆਪਾਂ ਨੂੰ, ਕਿਉਂ ਮਨੁੱਖੀ ਜੂਨ ਦੇ ਵਿੱਚ ਹਾਂ ਆਪਾਂ। ਇਹ ਕੋਈ ਗੁਰੂ ਦੇ ਰਾਹੀਂ ਕੋਈ ਟਾਵਾਂ ਜਿਹੜਾ ਹੈਗਾ ਇਸ ਗੱਲ ਨੂੰ ਬੁੱਝਦਾ ਆ, ਨਹੀਂ ਤਾਂ ਕੋਈ ਬੁੱਝਣਾ ਹੀ ਨਹੀਂ ਚਾਹੁੰਦਾ। ਜਿਸ ਨੂੰ ਕਿਰਪਾ ਕਰੇ ਰਜਾਏ। ਕਹਿੰਦੇ ਉਹ ਮਾਲਕ ਪਰਮਾਤਮਾ ਜਿਸ ਨੂੰ ਆਪਣੀ ਰਜ਼ਾ ਦੇ ਵਿੱਚ ਜਿਹੜਾ ਹੈਗਾ ਕਿਰਪਾ ਕਰ ਦਿੰਦਾ ਹੈ, ਜਿਹੜਾ ਉਹਦੀ ਰਜ਼ਾ ਦੇ ਵਿੱਚ ਚੱਲਦਾ ਹੈ ਮਾਲਕ ਦੀ, ਉਹ ਜਿਹੜਾ ਹੈਗਾ ਹੁਕਮ ਬੁੱਝ ਜਾਂਦਾ ਹੈ। ਹਾਂਜੀ ਸੁਖਵਿੰਦਰ ਜੀ। ਹਾਂਜੀ ਬਿਲਕੁਲ ਜੀ। ਉਹ ਕਹਿੰਦੇ ਜੀ ਜਿਹੜਾ ਕਿਉਂਕਿ ਇਨਸਾਨ ਹੈ ਜਿਹੜਾ ਅਸੀਂ ਮਨੁੱਖ ਜਨਮ ਹੈ, ਇਹ ਸਾਰਾ ਕੁਝ ਵੈਸੇ ਤਾਂ ਸਾਰੀ ਸ੍ਰਿਸ਼ਟੀ ਉਹਦੇ ਹੁਕਮ 'ਚ ਹੈ। ਹਰ ਚੀਜ਼ ਜਿਹੜੀ ਹੈ, ਕੋਈ ਵੀ ਚੀਜ਼ ਹੈ ਉਹਦੇ ਹੁਕਮ 'ਚ ਹੈ, ਉਹ ਸਿਸਟਮ 'ਚ ਹੈ। ਆਪਾਂ ਦੇਖ ਹੀ ਰਹੇ ਹਾਂ ਜੀ। ਦੇਖੋ ਕੋਈ ਇੰਨਾ ਸਮੂਥਲੀ ਸਾਰਾ ਬ੍ਰਹਿਮੰਡ ਚੱਲ ਰਿਹਾ, ਕੋਈ ਕਿਸੇ ਚੀਜ਼ ਨਾਲ ਟਕਰਾਅ ਨਹੀਂ ਹੋ ਰਿਹਾ। ਆਪਣੇ ਆਪਣੇ ਸਫੀਅਰ ਦੇ ਵਿੱਚ, ਆਪਣੇ ਆਪਣੀ ਡਾਇਮੈਂਸ਼ਨ ਦੇ ਵਿੱਚ ਸਭ ਚੀਜ਼ ਚੱਲ ਰਹੀ ਹੈ। ਜੇ ਅਸੀਂ ਤੇ ਉਹਦੇ ਨਾਲ ਹੀ ਉਹ ਆਉਂਦੀ ਹੈ ਤੇ ਹੁਕਮ ਦੇ ਵਿੱਚ ਹੀ ਉਹ ਚਲੀ ਜਾਂਦੀ ਹੈ। ਬਿਲਕੁਲ ਇੰਨਾ ਜ਼ਬਰਦਸਤ ਸਿਸਟਮ ਹੈ। ਹਰ ਚੀਜ਼ ਆ ਰਹੀ ਹੈ, ਜੰਮ ਰਹੀ ਹੈ, ਮਰ ਰਹੀ ਹੈ, ਮਰ ਰਹੀ ਹੈ, ਜੰਮ ਰਹੀ, ਉਹ ਪੂਰਾ ਸਿਸਟਮ ਹੈ। ਹੁਣ ਕਹਿੰਦੇ ਜੇ ਕੋਈ ਮੂਰਖ ਬੰਦਾ ਸਾਨੂੰ ਕਹਿ ਰਹੇ ਨੇ ਕਿ ਜੇ ਤੁਸੀਂ ਮੂਰਖ ਹੋ ਤੇ ਜੇ ਤੁਹਾਨੂੰ ਸਮਝ ਨਹੀਂ ਆਉਂਦੀ, ਤੁਸੀਂ ਅੰਨੇ ਹੋ ਤੇ ਅੰਨੇ ਰਸਤੇ ਤੇ ਤੁਰੇ ਹੋ ਤੇ ਤੂੰ ਆਪਣੇ ਆਪ ਨੂੰ ਜਨਾਈ ਜਾਂਦੇ ਕਿ ਮੈਂ ਇਹ ਕਰ ਰਹੀ, ਕਿ ਮੇਰੇ ਕੀਤੇ ਹੋ ਰਿਹਾ, ਤੇ ਫਿਰ ਕਹਿੰਦੇ ਵੀ ਹੁਣ ਲੱਗੇ ਰਹੋ। ਫਿਰ परमात्मा वो कैसी एनर्जी है, वो ऐसा एक शक्ति है, वो अपनी शक्ति ਦੇ ਨਾਲ ਸਭ ਕੁਝ ਚਲਾ ਰਿਹਾ ਹੈ। ਬਿਲਕੁਲ ਚਲਾ ਰਿਹਾ ਜੀ, ਹੈ ਜੀ। ਤੇ ਅਸੀਂ ਆਪਣੇ ਆਪ ਨੂੰ ਸਮਝੇ ਪਤਾ ਮੂਰਖ ਹੀ ਸੱਚੀ ਮੁੱਚੀ ਮੂਰਖ ਹਾਂ ਫਿਰ ਅਸੀਂ, ਜੇ ਅਸੀਂ ਸਮਝੇ ਵੀ ਅਸੀਂ ਕੁਝ ਕਰ ਰਹੇ ਹਾਂ। ਹੈ ਨਾ ਜੀ। ਉਹ ਵੀ ਤੁਕ ਵੀ ਤਾਂ ਨਹੀਂ ਹੈ ਕਿ ਵੀ ਉਹ ਚੱਲਦਾ ਪੂਰਬ ਵੱਲ ਨੂੰ ਤੇ ਜਾਂਦਾ ਪੱਛਮ ਵੱਲ ਨੂੰ, ਪਤਾ ਹੀ ਕਿੱਧਰ ਨੂੰ ਲੈ ਜਾਂਦਾ। ਮਤਾ ਪਕਾਵੇ ਪੱਛਮ ਕੋ ਪੂਰਬ ਹੀ ਲੈ ਜਾਤ। ਹਾਂ ਉਲਟੇ ਪਾਸੇ ਨੂੰ ਚਲੇ ਜਾਂਦਾ, ਪਤਾ ਥੋੜੀ ਲੱਗਦਾ। ਉਹ ਸੰਸਕਾਰ ਨਹੀਂ, ਉਹ ਲੈ ਜਾਂਦੇ ਖਿੱਚ ਕੇ। ਉਹ ਕਿਉਂਕਿ ਸਮਾਂ ਸਥਾਨ ਸਭ ਕੁਝ ਨਿਸ਼ਚਿਤ ਹੁੰਦਾ ਕਿ ਵੀ ਉਹਨੇ ਆਪਣੇ ਆਪ ਤੁਹਾਨੂੰ ਉਸ ਜਗ੍ਹਾ ਤੇ ਪਹੁੰਚਾ ਦੇਣਾ। ਜਿਹੜੇ ਨਹੀਂ ਸਮਝ ਰਹੇ, ਕੁਝ ਬੁੱਝ ਨਹੀਂ ਰਹੇ। ਅਸੀਂ ਜਦੋਂ ਨਹੀਂ ਬੁੱਝ ਰਹੇ, ਇਸੇ ਕਰਕੇ ਕਹਿ ਰਹੇ ਕਿ ਉਹ ਫਿਰ ਜਿੱਥੇ ਵੀ ਗੁਰਬਾਣੀ ਚ ਵਰਡ ਕੋ ਆ ਜਾਂਦਾ ਹੈ, ਮਤਲਬ ਉੱਥੇ ਕੋਈ ਵਿਰਲੇ ਦੀ ਗੱਲ ਆ ਜਾਂਦੀ। ਗੁਰਮੁਖਾਂ ਦੁਆਰਾ ਜੇ ਕੋਈ ਉਹ ਬੁੱਝ ਲੋਕ ਹੁਕਮ ਨੂੰ ਬੁੱਝ ਲੈਂਦਾ ਤਾਂ ਉਹ ਕਹਿੰਦੇ ਫਿਰ ਉਹ ਬੁੱਝਦਾ ਕੌਣ ਹੈ, ਉਹਨੂੰ ਪਤਾ ਲੱਗਦਾ। ਕਹਿੰਦੇ ਪਰ ਬੁੱਝਦਾ ਕੌਣ ਹੈ, ਜੇ ਕਿਰਪਾ ਕਰੇ ਜਾਏ। ਜਿਹਨੇ ਇੱਛਾ ਕੀਤੀ, ਬੈਠਿਆ, ਅਰਦਾਸ ਕੀਤੀ, ਮਾਲਕ ਦੇ ਦਰ ਤੇ ਡੇਰਾ ਲਾਇਆ ਕਿ ਵੀ ਨਿਰਵਿਚਾਰ ਹੋ ਕੇ ਬੈਠਿਆ ਕਿ ਵੀ ਮੈਂ ਕੁਛ ਨਹੀਂ, ਸਭ ਤੂੰ ਹੈ ਜੀ। ਉਹ ਇਸ ਕਰਕੇ ਉਹ ਤੋਂ ਉਹਦੇ ਅੱਗੇ ਇਹੀ ਅਰਦਾਸ ਕਰ ਸਕਦੇ ਹਾਂ ਅਸੀਂ, ਹੋਰ ਕਰ ਕੀ ਸਕਦੇ, ਸਾਡੇ ਪੱਲੇ ਕੀ ਹੈ। ਬਸ ਭਗਤੀ ਮੰਗ ਸਕਦੇ ਹਾਂ, ਭਗਤੀ ਆਪਣੀ ਮੱਤ ਛੱਡ ਦਈਏ, ਮੈਂ ਵਿੱਚੋਂ ਕੱਢ ਦਈਏ, ਬਸ ਭਗਤੀ ਮੰਗੀਏ, ਬਸ ਭਗਤੀ ਦੇ। ਬਸ ਜੀ ਜੀ।
ਤੇ ਹੁਣ ਦੇਖੋ ਇਹਦੇ ਵਿੱਚ ਮਹਾਰਾਜ ਨੇ ਹੁਕਮ ਦੇ ਬਾਰੇ ਦੱਸਿਆ ਆ, ਤੇ ਹੁਕਮ ਜਿਹੜਾ ਹੈਗਾ ਕੀ ਹੈਗਾ, ਔਰ ਜਿਹੜਾ ਮੰਨਦਾ ਹੈ ਹੁਕਮ ਤੇ ਉਹਦੇ ਨਾਲ ਕੀ ਹੁੰਦਾ ਹੈ, ਯਾਤਰਾ ਕੀ ਹੈਗੀ ਆ, ਮਾਲਕ ਨੇ ਕਿਹੜਾ ਰਸਤਾ ਰੱਖਿਆ ਹੋਇਆ ਹੈ। ਅਗਲਾ ਸ਼ਲੋਕ ਆ ਗਿਆ, ਆਖਰੀ ਪੌੜੀ ਹੈ ਇਹਦੇ ਵਿੱਚ। ਮਹਾਰਾਜ ਨੇ ਦੇਖੋ ਸਮਰਾਈਜ਼ ਕਰ ਦੇਣਾ ਸਾਰਾ ਕੁਝ। ਮਹੱਲਾ ਤੀਜਾ, ਸੋ ਜੋਗੀ ਜੁਗਤ ਸੋ ਪਾਏ, ਜਿਸਨੂੰ ਗੁਰਮੁਖੇ ਨਾਮ ਪ੍ਰਾਪਤ ਹੋਏ। ਆ ਲਓ, ਆ ਹੈਗਾ ਹੁਕਮ। ਗੁਰੂ ਦੇ ਰਾਹੀਂ, ਬ੍ਰਹਮ ਗਿਆਨੀ ਦੇ ਰਾਹੀਂ ਨਾਮ ਪ੍ਰਾਪਤ ਕਰਨਾ, ਆਹੀ ਹੁਕਮ ਆ, ਆਹੀ ਜੋਗ ਹੈਗਾ। ਇਸੇ ਦੇ ਨਾਲ ਪਰਮਾਤਮਾ ਦੇ ਨਾਲ ਜੋਗ ਹੋਣਾ ਹੈ। ਜੋਗੀ ਦਾ ਮਤਲਬ, ਜੋਗ ਦਾ ਮਤਲਬ ਜੋੜ, ਜੋਗੀ ਦਾ ਮਤਲਬ ਜਿਹੜਾ ਜੁੜਿਆ ਹੈ ਪਰਮਾਤਮਾ ਦੇ ਨਾਲ। ਸੋ ਜੋਗੀ ਜੁਗਤ ਸੋ ਪਾਏ, ਕਹਿੰਦੇ ਜਿਹਨੂੰ ਜੁਗਤੀ ਮਿਲ ਗਈ ਹੈਗੀ ਬ੍ਰਹਮ ਗਿਆਨੀਆਂ ਤੋਂ, ਗੁਰਮੁਖੇ ਨਾਮ ਪ੍ਰਾਪਤ ਹੋਇਆ, ਜੁਗਤੀ ਹੈਗੀ ਆ। ਸੋ ਜੋਗੀ ਜੁਗਤ ਸੋ ਪਾਏ, ਜਿਸਨੂੰ ਗੁਰਮੁਖੇ ਨਾਮ ਪ੍ਰਾਪਤ ਹੋਏ। ਆ ਦੇਖੋ, ਆ ਜੋਗੀ ਹੈ ਭਾਈ, ਆ ਜੁਗਤੀ ਹੈਗੀ ਆ। ਨਾਮ ਪਰਮੇਸ਼ਰ ਦਾ ਗੁਰੂ ਦੇ ਰਾਹੀਂ ਮਿਲਣਾ ਹੈ। ਸੋ ਜੋਗੀ ਜੁਗਤ ਸੋ ਪਾਏ, ਜਿਸਨੂੰ ਗੁਰਮੁਖੇ ਨਾਮ ਪ੍ਰਾਪਤ ਹੋਏ। ਫਿਰ ਕੀ ਹੋਏਗਾ? ਫਿਰ ਉਹ ਧਿਆਨ ਸਿਮਰਨ ਕਰੇਗਾ ਤੇ ਫਿਰ ਉਹਦੇ ਨਾਲ ਹੋਏਗਾ ਕੀ? ਤਿਸ ਜੋਗੀ ਕੀ ਨਗਰੀ ਸਭ ਕੋ ਵਸੈ, ਭੇਖੀ ਜੋਗ ਨਾ ਹੋਏ। ਹੁਣ ਇਹਦਾ ਕੀ ਮਤਲਬ ਹੈ ਜੀ? ਉਹਦੀ ਨਗਰੀ ਦੇ ਵਿੱਚ ਸਾਰਾ ਕੁਝ, ਸਭ ਕੁਝ ਵਸ ਜਾਂਦਾ ਉਹਦੀ ਨਗਰੀ ਦੇ ਵਿੱਚ। ਕੀ ਮਤਲਬ ਆ? ਕਹਿੰਦੇ ਉਸ ਜੋਗੀ ਜਿਹੜਾ ਹੈਗਾ, ਜਿਹਨੂੰ ਨਾਮ ਪ੍ਰਾਪਤ ਹੋ ਗਿਆ, ਜਿਹੜਾ ਪਰਮੇਸ਼ਰ ਦੇ ਨਾਮ ਦੇ ਨਾਲ ਜੁੜ ਜਾਂਦਾ ਆ, ਕਹਿੰਦੇ ਉਹਦੇ ਨਾਲ ਕੀ ਹੁੰਦਾ ਆ? ਉਹ ਆਪਣੇ ਅੰਦਰ ਵੜਦਾ, ਅੰਦਰ ਝਾਤੀ ਮਾਰਦਾ, ਆਪਣੇ ਅੰਦਰ ਟਿਕਦਾ ਆ, ਆਪਣੇ ਵਿਚਾਰ ਬੰਦ ਕਰਦਾ, ਤੇ ਉਹਨੂੰ ਪਤਾ ਲੱਗਦਾ ਕਿ ਮੇਰੇ ਅੰਦਰ ਜਿਹੜਾ ਹੈਗਾ, ਮੇਰੇ ਅੰਦਰ ਤਾਂ ਔਗੁਣ ਹੀ ਬਹੁਤ ਜ਼ਿਆਦਾ ਹੈਗੇ। ਜਦੋਂ ਆਪਣੇ ਵਿਚਾਰਾਂ ਨੂੰ ਦੇਖਦਾ ਆ, ਬੰਦ ਤਾਂ ਬਾਅਦ 'ਚ ਹੋਣੇ ਆ, ਪਹਿਲਾਂ ਤਾਂ ਦਿਖਣੇ ਆ ਵੀ ਆਹ ਕਿੰਨੇ ਮੰਦੇ, ਕਿੰਨੇ ਗੰਦੇ ਵਿਚਾਰ ਆ ਮੇਰੇ। ਉਹ ਫਿਰ ਜਿਹੜਾ ਹੈਗਾ ਉਸ 'ਤੇ ਵਰਕਆਊਟ ਕਰਦਾ, ਉਹਨਾਂ ਨੂੰ ਡ੍ਰੌਪ ਕਰਦਾ। ਆਇਆ ਭਗਤੀ, ਆਇਆ ਝਾੜੂ ਮਾਰਨਾ। ਤਿਸ ਜੋਗੀ ਕੀ ਨਗਰੀ ਸਭ ਕੋ ਵਸੈ, ਉਹਦੀ ਨਗਰੀ ਦੇ ਵਿੱਚ ਸਾਰੇ ਦੇ ਸਾਰੇ ਗੁਣ ਆ ਜਾਂਦੇ ਆ ਭਾਈ, ਸਾਰੇ ਗੁਣ ਵਸ ਜਾਂਦੇ ਆ ਉਹਦੀ ਨਗਰੀ ਦੇ ਵਿੱਚ। ਤਿਸ ਜੋਗੀ ਕੀ ਨਗਰੀ ਸਭ ਕੋ ਵਸੈ, ਭੇਖੀ ਜੋਗ ਨਾ ਹੋਏ। ਕਹਿੰਦੇ ਭਾਈ ਦੇ ਭੇਖ ਕਰਨ ਦੇ ਨਾਲ, ਵੇਸ ਕਰਨ ਦੇ ਨਾਲ ਜੋਗ ਨਹੀਂ ਹੋ ਸਕਦਾ। ਨਾਨਕ ਐਸਾ ਵਿਰਲਾ ਕੋ ਜੋਗੀ, ਜਿਸ ਘਟੇ ਪ੍ਰਗਟ ਹੋਏ। ਨਾਓ ਨੈਕਸਟ ਕੀ ਹੋਣਾ ਹੈ? ਕਹਿੰਦੇ ਮਾਲਕ ਨੇ ਆਉਣਾ, ਹੋਰ ਕੀ ਹੋਣਾ ਹੈ? ਜਿਹਦੇ ਸਾਰੇ ਗੁਣ ਜਿਹਦੇ ਅੰਦਰ ਵਸ ਗਏ, ਤੇ ਫਿਰ ਮਾਲਕ ਕਿਉਂ ਨਹੀਂ ਆਊਗਾ ਭਾਈ? ਫਿਰ ਤਾਂ ਉਹ ਹੋ ਗਿਆ, ਉਹਨੂੰ ਉਹਦਾ ਆਪਣਾ ਆਪ ਹੀ ਜਿਹੜਾ ਹੈਗਾ, ਉਹਦੇ ਅੰਦਰੋਂ ਜਿਹੜਾ ਹੈਗਾ ਸਾਰਾ ਨਿਕਲ ਗਿਆ, ਜਿਹੜਾ ਅੰਧਕਾਰ ਤੇ ਜੋਤ ਪ੍ਰਕਾਸ਼ ਹੋ ਗਈ ਉਹਦੀ ਆਤਮਾ ਦੀ। ਨਾਨਕ ਐਸਾ ਵਿਰਲਾ ਕੋ ਜੋਗੀ, ਜਿਸ ਘਟੇ ਪ੍ਰਗਟ ਹੋਏ। ਹਾਂਜੀ ਸੁਖਵਿੰਦਰ ਜੀ। ਹਾਂ ਦੇਖੋ, ਜਿਹੜਾ ਪਹਿਲੇ ਚ ਦੱਸੀ ਸੀ ਵੀ ਉਹ ਹੁਕਮ ਚ ਹੋ ਰਿਹਾ ਸਾਰਾ ਕੁਝ, ਤੇ ਉਹ ਸਾਨੂੰ ਮੂਰਖ ਕਹਿ ਰਹੇ ਸੀ ਵੀ ਹੁਕਮ ਨੂੰ ਬੁੱਝ ਲਓ। ਕਹਿੰਦੇ ਵੀ ਜੇ ਤੇ ਕਿਰਪਾ ਹੋ ਗਈ। ਹੁਣ ਕਿਰਪਾ ਦਾ ਤਰੀਕਾ ਦੱਸ ਰਹੇ ਨੇ ਵੀ ਕਿਰਪਾ ਕਿੱਦਾਂ ਵਰਸਣੀ ਹੈ ਤੁਹਾਡੇ ਤੇ, ਹੈ ਨਾ ਜੀ। ਉਹ ਦੇਖ ਰਹੇ, ਦੱਸ ਰਹੇ, ਕਹਿੰਦੇ ਵੀ ਉਹ ਜੋਗੀ ਹੈ ਉਹਨੇ ਸਹੀ ਜੋਗ ਕਮਾ ਲਿਆ, ਜੋਗ ਆ ਗਿਆ ਉਹਨੂੰ, ਜਿਹਨੇ ਗੁਰੂ ਦੇ ਸਨਮੁਖ ਹੋ ਕੇ ਉਹ ਤੋਂ ਗਿਆਨ ਲੈ ਕੇ ਉਹਨੂੰ ਉਹ ਨਾਮ ਦੀ ਪ੍ਰਾਪਤੀ ਉਹਨੂੰ ਹੁੰਦੀ ਹੈ। ਨਾਮ ਦੀ ਪ੍ਰਾਪਤੀ ਵੱਲ ਜੁਟ ਗਿਆ ਜਿਹੜਾ, ਬਸ ਨਾਮ ਦੀ ਪ੍ਰਾਪਤੀ ਵੱਲ ਜੁੜਦਾ, ਉਹ ਫਿਰ ਅਸਲ ਜੋਗ ਕਮਾ ਲੈਂਦਾ। ਉਹ ਫਿਰ ਹੁੰਦਾ ਕੀ ਹੈ ਕਿ ਉਹ ਜੋਗੀ ਦੀ ਫਿਰ ਨਗਰੀ ਦੇ ਵਿੱਚ ਬਿਨਾਂ ਭੇਖ ਤੋਂ, ਜਿੱਥੇ ਕੋਈ ਭੇਖ ਨਹੀਂ, ਤੇ ਉਹ ਸਭ ਕੋ ਵਸੈ, ਸਾਰੇ ਗੁਣ ਆ ਜਾਂਦੇ। ਉਹ ਐਸੇ ਜੋਗੀ ਦੇ ਸਰੀਰ, ਜਿਹੜਾ ਉਹ ਨਗਰ ਹੈ, ਜੋਗੀ ਦਾ ਨਗਰ ਹੈ, ਜਿਹੜਾ ਉਹ ਸਰੀਰ ਹੈ, ਜਿਹੜਾ ਉਹਦਾ ਘਟ ਹੈ, ਉਹਦੇ ਵਿੱਚ ਗੁਣ ਆ ਜਾਣੇ ਸਾਰੇ। ਬਿਲਕੁਲ, ਸੁਰਤ ਮਤ ਮਨ ਬੁੱਧ ਸਾਰੇ ਗੁਣ ਆ ਜਾਣੇ, ਸਾਰੇ ਘੜੇ ਜਾਂਦੇ ਉਹਦੇ। ਹਾਂ, ਸੁਰਤ ਮਤ ਮਨ ਬੁੱਧ ਵਾਲੀ ਗੱਲ, ਉਹ ਸਾਰਾ ਕੁਝ ਘੜਿਆ ਜਾਣਾ। ਬਸ ਫਿਰ ਕਹਿੰਦੇ ਐਸੇ ਤਾਂ ਫਿਰ ਵਿਰਲੇ ਹੀ ਹੈ। ਉਹਦੇ ਅੰਦਰ ਕੀ ਹੁੰਦਾ ਕੀ ਹੈ? ਫਿਰ ਜਦੋਂ ਸਾਰਾ ਇੱਕੋ ਜਿਹਾ ਹੋ ਜਾਂਦਾ ਤਾਂ ਉਹ ਪਰਮਾਤਮਾ ਜਿਹੜਾ ਆਪ ਹੀ ਸਾਰਾ ਕੁਝ ਕਰ ਰਿਹਾ, ਤੇ ਆਪ ਹੀ ਫਿਰ ਉਹਦਾ ਚਾਰਜ ਲੈ ਲੈਂਦਾ ਆਪ ਆ ਕੇ, ਵੀ ਲੈ ਹੁਣ ਤੂੰ ਆਪਣੇ ਮੈਂ ਨੂੰ ਵਿੱਚੋਂ ਕੱਢਤਾ ਨਾ, ਹੁਣ ਮੇਰੇ ਕੋਲ ਹੈ ਤੇਰਾ ਚਾਰਜ, ਬਸ ਤੂੰ ਪਾਸੇ ਹੋ ਜਾ।
ਤੂੰ ਤਾਂ ਕੰਮ ਖਰਾਬ ਹੀ ਕਰੇਗਾ, ਉਲਟਾ ਪੁਲਟਾ ਕਰੇਗਾ। ਹੁਣ ਮੇਰੇ ਕੋਲ ਕਿਉਂ ਤੂੰ ਸਰੈਂਡਰ ਕਰਤਾ, ਤੂੰ ਆਪਣੇ ਆਪ ਨੂੰ ਵਿੱਚੋਂ ਕੱਢਤਾ, ਤੇ ਹੁਣ ਉਹ ਫਿਰ ਉਹ ਮੈਂ ਹੀ ਹਾਂ। ਫਿਰ ਕਹਿੰਦਾ, ਫਿਰ ਉਹ ਕਹਿੰਦਾ ਪ੍ਰਮਾਤਮਾ ਕਹਿੰਦਾ ਫਿਰ ਉਹ ਤੂੰ ਕਰਤਾ, ਤੂੰ ਬਿਆ ਮੁਝ ਮੇਂ ਰਹਾ ਨਾ ਹੂੰ। ਉਹ ਫਿਰ ਉਹਦੇ ਅੰਦਰ ਘੱਟ ਦੇ ਅੰਦਰ ਪ੍ਰਗਟ ਹੋ ਕੇ ਫਿਰ ਉਹ ਸਾਰਾ ਚਾਰਜ ਉਹ ਆਪ ਲੈ ਲੈਂਦਾ। बिल्कुल। और जब आपा पर का मिट गया, जब देखो तब तू, और वो समदृष्टि हो गया, ਉਹਨੂੰ ਕੋਈ ਡੁਐਲਿਟੀ, ਕੋਈ ਜਿਹੜਾ ਹੈਗਾ ਦੂਸਰਾ ਕੋਈ ਹੈ ਹੀ ਨਹੀਂ ਉਹਦੇ ਵਾਸਤੇ। ਸਮਦ੍ਰਿਸ਼ਟ ਹੋ ਗਿਆ ਨਾ ਜੀ। ਹਾਂ, ਉਹਨੂੰ ਕੋਈ ਨਹੀਂ। ਬਿਲਕੁਲ ਜੀ। ਅੱਗੇ ਪੌੜੀ ਆ ਗਈ ਜੀ, ਆਖਰੀ ਪੌੜੀ ਆਪੇ ਜੰਤ ਉਪਾਇਨ ਆਪੇ ਆਧਾਰ। ਕਹਿੰਦੇ ਕਿ ਮਾਲਕ ਪਰਮਾਤਮਾ ਦੀ ਹੈ ਪਾਏ, ਤੁਧ ਜਗ ਮੇ ਖੇਲ ਰਚਾਇਆ ਵਿੱਚ ਹਉਮੈ ਪਾਈਆ। ਕਹਿੰਦੇ ਮਾਲਕ ਨੇ ਜੰਤ ਪੈਦਾ ਕੀਤੇ ਸਾਰੇ ਦੇ ਸਾਰੇ, 84 ਲੱਖ ਜੂਨਾਂ ਪੈਦਾ ਕੀਤੀਆਂ ਮਾਲਕ ਪਰਮਾਤਮਾ ਨੇ, ਔਰ ਸਾਰਿਆਂ ਨੂੰ ਆਧਾਰ ਦੇ ਰਿਹਾ ਹੈ ਮਾਲਕ ਪਰਮਾਤਮਾ। ਆਪੇ ਜੰਤ ਉਪਾਇਨ ਮਤਲਬ ਪੈਦਾ ਕੀਤੇ ਕਰ ਰਹੇ ਮਾਲਕ ਨੇ, ਆਪੇ ਆਧਾਰ, ਆਪ ਹੀ ਆਧਾਰ ਦੇ ਰਿਹਾ, ਉਹਨਾਂ ਨੂੰ ਸਪੋਰਟ ਕਰ ਰਿਹਾ ਹੈ। ਆਪੇ ਸੂਖਮ ਭਾਲੀਏ ਆਪੇ ਪਾਸਾਰ। ਕਹਿੰਦੇ ਗੁਪਤ ਰੂਪ ਦੇ ਵਿੱਚ ਵੀ ਉਹੀ ਹੈਗਾ, ਤੇ ਜਿਹੜਾ ਹੈਗਾ ਪ੍ਰਗਟ ਜਿਹੜਾ ਹੈਗਾ ਆਕਾਰ ਦੇ ਵਿੱਚ ਜਿਹੜਾ ਹੈਗਾ ਉਹ ਵੀ ਉਹੀ ਹੈ। ਨਿਰਾਕਾਰ ਵੀ ਉਹੀ ਹੈ, ਆਕਾਰ ਵੀ ਉਹੀ ਹੈ। ਆਪੇ ਸੂਖਮ ਮਤਲਬ ਗੁਪਤ। ਆਪੇ ਸੂਖਮ ਭਾਲੀਏ ਆਪੇ ਪਾਸਾਰ। ਆਪ ਇਕਾਤੀ ਹੋਏ ਰਹੇ ਆਪੇ ਵੱਡ ਪਰਿਵਾਰ। ਕਹਿੰਦੇ ਆਪ ਕੱਲਾ ਮਾਲਕ ਪਰਮਾਤਮਾ ਕੱਲਮ ਕੱਲਾ ਆਏਗਾ ਭਾਈ, ਔਰ ਕਹਿੰਦੇ ਆ ਸਾਰਾ ਦਾ ਸਾਰਾ ਪਰਿਵਾਰ ਉਸੇ ਦਾ ਹੈ, ਉਹੀ ਆ ਪਿਓ ਤੇ ਮਾਂ, ਉਸੇ ਦੇ ਬੱਚੇ ਆ ਸਾਰੇ ਦੇ ਸਾਰੇ ਜਿੰਨੇ ਜੀਵ ਹੈਗੇ, ਇਹ ਸਾਰਾ ਦਾ ਸਾਰਾ ਉਹਦੀ ਫੈਮਿਲੀ ਆ ਭਾਈ, ਉਹਦਾ ਪਰਿਵਾਰ ਹੈਗਾ। ਆਪ ਇਕਾਤੀ ਹੋਏ ਰਹੇ ਆਪੇ ਵੱਡ ਪਰਿਵਾਰ, ਨਾਨਕ ਮੰਗੈ ਦਾਨ ਹਰ ਸੰਤਾਂ ਰੇ ਨਾਲ। ਇੱਥੇ ਦੇਖੋ ਕਾਕੇ ਨੂੰ ਔਂਕੜ ਲਗਾਏ ਮਹਾਰਾਜ ਨੇ, ਔਰ ਦਾਨ ਨੂੰ ਵੀ ਔਂਕੜ ਲਗਾਏ। ਕਹਿੰਦੇ ਮੈਨੂੰ ਇੱਕ ਦਾਨ ਚਾਹੀਦਾ ਹੈ। ਚੌਥੀ ਪਾਤਸ਼ਾਹੀ ਆਪ ਬੇਨਤੀ ਆਪਣੇ ਤੇ ਲਾ ਕੇ ਸਾਨੂੰ ਜਾਚ ਸਿਖਾ ਰਹੇ ਆ। ਨਾਨਕ ਮੰਗੈ ਦਾਨ ਹਰ, ਕਿੱਥੋਂ ਮੰਗ ਰਹੇ ਆ? ਪਰਮਾਤਮਾ ਤੋਂ। ਕੀ ਮੰਗ ਰਹੇ ਆ? ਸੰਤਾਂ ਰੇ ਨਾਲ, ਬ੍ਰਹਮ ਗਿਆਨੀਆਂ ਦੀ ਚਰਨ ਧੂੜ, ਬ੍ਰਹਮ ਗਿਆਨੀਆਂ ਦਾ ਗਿਆਨ, ਬ੍ਰਹਮ ਗਿਆਨੀਆਂ ਦੀ ਮਤ, ਵਿਵੇਕ ਬੁੱਧੀ। ਨਾਨਕ ਮੰਗੈ ਦਾਨ ਹਰ ਸੰਤਾਂ ਰੇ ਨਾਲ, ਹੋਰ ਦਾਤਾਰ ਨਾ ਸੁਝਈ ਤੂੰ ਦੇਵਨਹਾਰ। ਮਾਲਕਾ ਹੋਰ ਕੋਈ ਦਾਤਾ ਨਹੀਂ ਮੈਨੂੰ ਸੁਝਦਾ, ਤੂੰ ਹੀ ਦੇਣ ਵਾਲਾ ਹੈਗਾ ਆ, ਤੇਰੇ ਕੋਲ ਹੀ ਮੰਗਣਾ ਹੈਗਾ, ਤੂੰ ਹੀ ਦਾਤਾ ਹੈਗਾ ਆ। ਔਰ ਇਸ ਤੋਂ ਅੱਗੇ 21 ਲਿਖਿਆ, 21 ਪੌੜੀਆਂ ਹੈਗੀਆਂ, ਔਰ ਆ ਪਹਿਲੀ ਵਾਰ ਹੈਗੀ ਆ, ਔਰ ਸੁੱਧ ਲਿਖਿਆ ਆ ਵੀ ਇਹ ਮਹਾਰਾਜ ਨੇ ਜਿਹੜੀ ਹੈਗੀ ਆ ਬਾਣੀ ਸਾਰੀ ਐਡੀਟਿੰਗ ਕਰਨ ਤੋਂ ਬਾਅਦ ਫਿਰ ਜਿਹੜਾ ਹੈਗਾ ਉਹਨੂੰ ਚੰਗੀ ਤਰ੍ਹਾਂ ਘੋਖ ਲਿਆ ਵੀ ਕੋਈ ਉਹਦੀ ਲਗਾ ਮਾਤਰਾ ਜਾਂ ਕੋਈ ਹੋਰ ਅੱਖਰ ਵੱਧ ਘੱਟ ਜਿਹੜੀ ਨਹੀਂ ਹੈਗੀ, ਤੇ ਸਟੈਂਪ ਲੱਗ ਗਈ ਬਈ ਸ਼ੁੱਧ ਆ। ਇਹ ਹੁਣ ਜਿਹੜੀ ਹੈਗੀ ਬਾਣੀ ਜਿਹੜੀ ਹੈਗੀ ਉਹ ਦਰਜ ਕੀਤੀ ਜਾਏ। ਹਾਂਜੀ ਸੁਖਵਿੰਦਰ ਜੀ। ਹਾਂਜੀ ਦੇਖੋ, ਉਹ ਸਾਰਾ ਦੇ ਕੇ ਜੁਗਤ ਵੀ ਦੱਸਦੀ, ਸਾਰਾ ਕੁਝ ਪ੍ਰਗਟ ਹੋਣ ਦਾ ਵੀ ਦੱਸਦਾ, ਫਿਰ ਨਾਲ ਦੀ ਨਾਲ ਉੱਥੇ ਦੱਸਦਾ ਕਿ ਐਂਡ ਰਿਜ਼ਲਟ ਹੈ ਕੀ। ਉਹ ਕਹਿੰਦੇ ਸਾਰਾ ਆਪ ਹੀ ਹੈ ਉਹ, ਬਸ ਅਸੀਂ ਤਾਂ ਐਵੇਂ ਮੈਂ ਕੌਣ ਮੈਂ ਖਾਮ ਖਾ ਹੈਗੇ ਆ, ਉਹ ਸਾਰਾ ਸਿਸਟਮ ਉਹਦਾ ਹੀ ਹੈ, ਪਰ ਬੁੱਝੇ ਤੋਂ ਪਤਾ ਲੱਗਣਾ। ਉਹ ਆਪਣੇ ਆਪ ਉਹ ਸਾਰੇ ਜਿੰਨੇ ਵੀ ਉਹਨੇ ਸਾਰਾ ਸਿਸਟਮ ਆਪੇ ਉਹਨੇ ਆਧਾਰ ਦਿੱਤਾ ਹੋਇਆ, ਆਪੇ ਆਸਰਾ ਦਿੱਤਾ। ਹਰ ਚੀਜ਼ ਦੇਖੋ ਬ੍ਰਹਿਮੰਡ ਦੇ ਅੰਦਰ ਆਪਣੀ ਆਪਣੀ ਜਗ੍ਹਾ ਤੇ ਕੰਮ ਕਰ ਰਹੀ ਹੈ। ਉਹ ਇੱਕ ਤੋਂ ਅਨੇਕ ਉਹਨੇ ਬਣਾ ਲਿਆ। ਬਿਲਕੁਲ ਉਹਦਾ ਸੁਪਨਾ ਬਸ ਚੱਲ ਰਿਹਾ ਉਸ ਖੇਡ। ਉਹ ਆਪੋ ਕਹਿੰਦਾ ਆਪੇ ਹੀ ਸੁਖਮ ਭਾਲੀ ਆਪੇ ਪਸਾਰ, ਆਪੇ ਹੀ ਉਹ ਸੁਖਮ ਰੂਪ ਚ ਦੇਖੀ ਜਾਂਦਾ ਹੈ, ਆਪ ਹੀ ਉਹ ਸੰਸਾਰ ਰੂਪ ਦੇ ਵਿੱਚ ਵੀ ਹੈ, ਨਿਰਗੁਣ ਸਰਗੁਣ ਆਪ ਹੀ ਆ ਉਹ, ਤੇ ਆਪਣੇ ਆਪ ਹੀ ਉਹ ਹੈ, ਆਪ ਇਕੱਲਾ ਉਹ, ਪਰ ਉਹ ਪੂਰੇ ਵੱਡੇ ਪਰਿਵਾਰ ਨਾਲ ਪੂਰਾ ਉਹਦਾ ਫੈਲਾਅ ਹੈ, ਸਾਰੇ ਅਸੀਂ ਉਹਦੇ ਅੰਦਰ ਆ। ਹਾਂਜੀ, ਨਾਨਕ ਮੰਗੇ ਦਾਨ। ਹਾਂਜੀ ਬਿਲਕੁਲ ਸਹੀ ਆ। ਹਾਂ, ਤੇ ਉਹ ਅਸੀਂ ਸਾਰੇ ਉਹਦੇ ਅੰਦਰ ਆ, ਤੇ ਉਹੀ ਖੇਡ ਪੁੱਜਣ ਨੂੰ ਸਾਨੂੰ ਭੇਜਿਆ ਹੈ। ਨਹੀਂ ਤਾਂ ਫਿਰ ਸ਼ੁਰੂ ਵਾਲੀ ਗੱਲ, ਫਿਰ ਨਹੀਂ ਤਾਂ ਫਿਰ ਜਿੰਨ ਭੂਤ ਤਾਂ ਹੈਗੇ ਹੀ ਆ, ਫਿਰ ਉਹ ਬਾਅਦ ਚ ਵੀ ਬਣਨਾ ਹੈ, ਹੁਣ ਪਹਿਲਾਂ ਵੀ ਬਣੇ ਹੋਏ ਆ। ਹਾਂਜੀ, ਉਹ ਭਟਕੀ ਜਾਂਦਾ ਫਿਰ ਜੁਨਾ ਚ ਏਦਾਂ ਹੀ। ਤੇ ਉਹ ਕਹਿੰਦੇ ਵੀ ਮੈਨੂੰ ਤਾਂ ਇੱਕੋ ਹੀ ਦਾਨ ਦੇ ਦੇ ਮਾਲਕਾ, ਵੀ ਮੈਨੂੰ ਜਿਹੜੇ ਸ਼ਾਂਤ ਹੋ ਗਏ, ਜਿਨ੍ਹਾਂ ਨੇ ਇਹ ਖੇਡ ਲਈ ਹੈ, ਸਭ ਕੁਛ ਬੁੱਝ ਲਿਆ, ਮੈਨੂੰ ਤਾਂ ਉਹਨਾਂ ਦੇ ਚਰਨ ਧੂੜ ਦੇ ਦੇ। ਚਰਨ ਧੂੜ ਉਹਨਾਂ ਕੋਲ ਕਿਹੜੀ ਹੈ?
ਉਹਨਾਂ ਕੋਲ ਤਾਂ ਉਹੀ ਹੈ ਕਿ ਵੀ ਉਹ ਗਿਆਨ ਜੋ ਸਾਡੇ ਕੋਲ ਆਇਆ ਉਹ ਤੁਹਾਡੇ ਕੋਲ ਅੱਗੇ ਗਿਆਨ ਉਹਨਾਂ ਦਾ ਏਦਾਂ ਰਸਤਾ ਕਰਨਾ ਤਾਂ ਆਪ ਹੀ ਪੈਣਾ ਹੈ। ਬਿਲਕੁਲ ਸਹੀ ਗੱਲ ਹੈ। ਗੋਰਖੀ ਸਾਹਿਬ ਆ ਗਏ ਹੈ ਨਾ ਜੀ, ਗੋਰਖੀ ਸਾਹਿਬ ਆ ਗਿਆ। ਚਲ ਠੀਕ ਹੈ ਜੀ। ਹੋਰ ਕੋਈ ਕਹਿੰਦੇ ਜੀ ਦਾਤਾ ਨਹੀਂ ਹੈ ਸਾਨੂੰ ਸੁਝ ਰਿਹਾ, ਸਭ ਮਾਲਕ ਤੂੰ ਹੀ ਹੈ, ਸਭ ਨੂੰ ਤੂੰ ਹੀ ਪਹੁੰਚਾ ਰਿਹਾ, ਸਭ ਨੂੰ ਦਾਨ ਹੈ ਜਿਹੜਾ ਤੂੰ ਹੀ ਦੇ ਰਿਹਾ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਗੁਰਕੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। वाहिगुरु जी का खालसा वाहिगुरु जी की फतेह। निजर साहब ठीक है जी, आप कंटिन्यू करो प्लीज। किन्ने अंग दे गया? आखिरी पौड़ी ला ली सी असी, ये वार तो पूरी हो गई, आखिरी पौड़ी फिर ले लेने जे। हाँ जी, जे हो गई तो फिर रहन दो। नहीं फिर ना ਵੀਰ ਜੀ ਤੁਸੀਂ ਬੋਲ ਦਿਓ ਕੁਛ, ਤੁਹਾਡੇ ਸੰਗਤ ਨੂੰ ਤਾਂਗ ਹੁੰਦੀ ਹੈ। हाँ नहीं, मैं जे हो गई पूरी फिर ते कोई गल नहीं। अच्छा तुसी ना आखिरी मेरा अंग नंबर बोल दो, देख लेने जे है कोई पॉइंट 556 556। पौड़ी दा पहले थोड़ा बोल दो। आपे जंतु पायन आपे आधार। ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਪੂਰੀ ਸ੍ਰਿਸ਼ਟੀ ਦਾ ਕੰਟਰੋਲਰ ਹੈਗਾ, ਔਰ ਉਹਨੇ ਜਿਹੜੇ ਹੈਗੇ ਸਾਰੇ ਦੇ ਸਾਰੇ ਜੰਤ ਜਿੰਨੇ ਵੀ ਜੀਵ ਹੈਗੇ 84 ਲੱਖ ਜੂਨਾਂ ਸਾਰੀਆਂ ਉਸੇ ਨੇ ਪੈਦਾ ਕੀਤੀਆਂ, ਔਰ ਸਾਰਿਆਂ ਨੂੰ ਉਹ ਜਿਹੜਾ ਆਧਾਰ ਦੇਣ ਵਾਲਾ ਉਹੀ ਮਾਲਕ ਪਰਮਾਤਮਾ ਹੈਗਾ। ਸਾਰੀਆਂ ਜੂਨਾਂ ਉਸੇ ਦੇ ਆਸਰੇ ਜਿਹੜੀਆਂ ਹੈਗੀਆਂ ਇਹ ਸੰਸਾਰ ਦੇ ਵਿੱਚ ਗਤੀ ਕਰ ਰਹੀਆਂ। ਆਪੇ ਸੂਖਮ ਭਾਲੀਏ ਆਪੇ ਪਾਸਾਰ। ਔਰ ਉਹ ਮਾਲਕ ਪਰਮਾਤਮਾ ਗੁਪਤ ਰੂਪ ਦੇ ਵਿੱਚ ਵੀ ਉਹੀ ਮਾਲਕ ਪਰਮਾਤਮਾ ਹੈਗਾ, ਔਰ ਪ੍ਰਗਟ ਆਕਾਰ ਦੇ ਰੂਪ ਦੇ ਵਿੱਚ ਵੀ ਪਸਾਰੇ ਦੇ ਵਿੱਚ ਵੀ ਉਹੀ ਮਾਲਕ ਪਰਮਾਤਮਾ ਹੈਗਾ। ਆਪ ਇਕਾਤੀ ਹੋਏ ਰਹਿ ਆਪੇ ਵੱਡ ਪਰਵਾਰ। ਔਰ ਆਪ ਹੀ ਮਾਲਕ ਪਰਮਾਤਮਾ ਕੱਲਾ ਰਹਿੰਦਾ ਹੈ, ਔਰ ਆਪ ਹੀ ਜਿਹੜਾ ਹੈਗਾ ਮਾਲਕ ਪਰਮਾਤਮਾ ਜਿਹੜਾ ਹੈਗਾ ਇੰਨੀ ਸਾਰੀ ਦੀ ਸਾਰੀ ਸ੍ਰਿਸ਼ਟੀ ਜਿੰਨੇ ਵੀ ਜੀਵ ਹੈਗੇ ਸਾਰੇ ਉਹਦਾ ਪਰਿਵਾਰ ਹੈਗੇ। ਇੰਨਾ ਵੱਡੇ ਪਰਿਵਾਰ ਵਾਲਾ ਮਾਲਕ ਪਰਮਾਤਮਾ ਹੈਗਾ, ਔਰ ਇੰਨਾ ਪਰਿਵਾਰ ਹੁੰਦੇ ਹੋਏ ਵੀ ਜਿਹੜਾ ਹੈਗਾ ਉਹ ਇਕਾਤੀ ਹੈਗਾ। ਹੋਰ ਦਾਤਾਰ ਨਾਨਕ ਮੰਗੈ ਦਾਨ ਹਰ ਸੰਤਾਂ ਰੇਨਾਰ। ਇਹ ਚੌਥੀ ਪਾਤਸ਼ਾਹੀ ਦੀ ਵਾਰ ਹੈਗੀ, ਉਹਨਾਂ ਦੀ ਪੌੜੀ ਹੈਗੀ, ਤੇ ਕੱਕੇ ਨੂੰ ਔਂਕੜ ਲਗਾ ਕੇ ਕਹਿੰਦੇ ਉਹ ਚੌਥੀ ਪਾਤਸ਼ਾਹੀ ਮਾਲਕ ਪਰਮਾਤਮਾ ਤੋਂ ਦਾਨ ਮੰਗ ਰਹੇ ਆ। ਮਾਲਕਾ ਮੈਨੂੰ ਇੱਕ ਦਾਨ ਚਾਹੀਦਾ ਆ। ਆਪਾਂ ਨੂੰ ਜਾਚ ਸਿਖਾ ਰਹੇ ਆ ਬਈ ਹਰ ਸੰਤਾਂ ਰੇ ਨਾਰ। ਮਾਲਕਾ ਤੇਰੇ ਸੰਤ ਜਿਹੜੇ ਹੈਗੇ ਆ ਸਾਧਨਾ ਕਰਨ ਵਾਲੇ, ਜਿਨ੍ਹਾਂ ਨੇ ਆਪਣੇ ਮਨ ਨੂੰ ਸ਼ਾਂਤ ਕਰ ਲਿਆ, ਮੈਨੂੰ ਉਹਨਾਂ ਦੀ ਗਾਈਡੈਂਸ ਚਾਹੀਦੀ ਆ, ਉਹਨਾਂ ਦਾ ਗਿਆਨ ਚਾਹੀਦਾ, ਉਹਨਾਂ ਦੀ ਵਿਵੇਕ ਬੁੱਧੀ ਚਾਹੀਦੀ ਆ, ਉਹਨਾਂ ਦੀ ਸੰਗਤ ਚਾਹੀਦੀ ਆ, ਉਹਨਾਂ ਦੇ ਗਿਆਨ ਦੀ ਸੰਗਤ, ਉਹਨਾਂ ਦੇ ਅੰਦਰ ਦੀ ਸੰਗਤ ਚਾਹੀਦੀ ਆ। ਹੋਰ ਦਾਤਾਰ ਨਾ ਸੁਝਈ ਤੂੰ ਦੇਵਨਹਾਰ। ਔਰ ਹੋਰ ਕੋਈ ਦਾਤਾ ਮੈਨੂੰ ਨਹੀਂ ਸੁਝਦਾ, ਤੂੰ ਹੀ ਦਾਤਾ ਹੈਗਾ ਆ, ਤੂੰ ਹੀ ਦੇਣਾ ਆ, ਔਰ ਤੇਰੇ ਕੋਲ ਹੀ ਮੰਗਣਾ ਹੈਗਾ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਇੱਥੇ ਆਪ ਹੀ ਕਹਿ ਰਹੇ ਨੇ ਕਿ ਆਪ ਹੀ ਤੇ ਉਹਨੇ ਇਸ ਸੰਸਾਰ ਨੂੰ ਪੈਦਾ ਕੀਤਾ ਹੈ, ਫਿਰ ਆਪ ਪੈਦਾ ਵੀ ਕੀਤਾ ਹੈ, ਫਿਰ ਉਸ ਦੇ ਲਈ ਜਿਹੜੀ ਸ਼ਕਤੀ ਲੱਗੀ ਹੈ, ਜਿਹੜਾ ਭੰਡਾਰੀ ਹੈ, ਉਹਦੀ ਡਿਊਟੀ ਵੀ ਲੱਗੀ ਹੈ ਕਿ ਉਹ ਉਹਨੂੰ ਸਪੋਰਟ ਕਰ ਰਿਹਾ ਹੈ ਜੋ ਵੀ ਉਸਨੇ ਪੈਦਾ ਕੀਤਾ ਹੈ। ਦੇਖੋ ਚਾਹੇ ਤੁਸੀਂ ਕੋਈ ਜੀਵ ਵੇਖ ਲਓ, ਚਾਹੇ ਤੁਸੀਂ ਕੋਈ ਪੌਦਾ ਦੇਖ ਲਓ, ਉਹ ਪੌਦਾ ਜਿਹੜਾ ਹੈਗਾ ਵਾ ਉਹ ਜਿੰਦਾ ਰਹਿਣ ਦੇ ਕਾਬਿਲ ਹੈ। ਜੇ ਕੋਈ ਜੀਵ ਵੀ ਹੈਗਾ ਨਾ, ਚਾਹੇ ਉਹ ਜਿੱਦਾਂ ਦਾ ਮਰਜ਼ੀ ਵਿੰਗਾ ਟੇਢਾ ਹੈ, ਉਹ ਸਰਵਾਈਵ ਕਰ ਸਕਦਾ। ਨਿਜਰ ਸਾਹਿਬ ਬਿਲਕੁਲ। ਹੁਣ ਤੁਸੀਂ ਵੇਖੋ ਕਿੰਨੀ ਪ੍ਰਕਿਰਤੀ ਤੇ ਰੁੱਖ ਪਏ ਨੇ, ਉਹਦੇ ਰੁੱਖ ਜਿਲਮ ਹਰ ਇੱਕ ਵੱਡਾ ਰੁੱਖ ਆ ਤੇ ਉਹਦੀਆਂ ਜੜ੍ਹਾਂ ਵੱਡੀਆਂ ਨੇ, ਇਹਦਾ ਮਤਲਬ ਕਿਸੇ ਨੇ ਡਿਜ਼ਾਈਨ ਕੀਤਾ ਤਾਂ ਹੀ ਤੇ ਵੱਡੀਆਂ ਨੇ। ਨਿਜਰ ਸਾਹਿਬ ਬਿਲਕੁਲ। ਤੇ ਜੇ ਕੋਈ ਰੁੱਖ ਛੋਟਾ ਹੈ ਤਾਂ ਉਹਦੀਆਂ ਜੜ੍ਹਾਂ ਵੀ ਛੋਟੀਆਂ ਨੇ। ਇਹਦਾ ਮਤਲਬ ਉਹਨੂੰ ਸਸਟੇਨ ਕਰਨ ਵਾਸਤੇ ਜਿਹੜਾ ਵੀ ਮੌਸਮ ਚਾਹੀਦਾ ਹੈ, ਜਿੱਦਾਂ ਦਾ ਉਹਨੂੰ ਜ਼ਮੀਨ ਚਾਹੀਦੀ ਹੈ, ਉਹ ਡਿਜ਼ਾਈਨ ਕੀਤਾ ਹੋਇਆ, ਔਰ ਉਹਨੇ ਉਹੀ ਆਧਾਰ ਇਹੋ ਹੀ ਹੈ। ਪਰਮਾਤਮਾ ਹੀ ਉਹਨਾਂ ਦਾ ਆਸਰਾ ਬਣ ਕੇ ਫਿਰ ਉਹਨਾਂ ਨੂੰ ਫੀਡ ਕਰਦਾ ਹੈ, ਕਿਉਂਕਿ ਆਤਮਾ ਚਾਹੇ ਖੁਦ ਕੁਛ ਵੀ ਨਹੀਂ ਕਰਦੀ, ਪਰ ਪ੍ਰਕਿਰਤੀ ਦੇ ਵਿੱਚ ਜੋ ਵੀ ਕੁਝ ਜਿੰਦਾ ਹੈ ਉਹਦੇ ਪਿੱਛੇ ਸ਼ਕਤੀ ਜੋ ਹੈ ਉਹ ਆਤਮਾ ਦੀ ਹੀ ਹੈ।
ਕੱਲੀ ਆਤਮਾ ਵੀ ਨਹੀਂ ਕੁਝ ਕਰ ਸਕਦੀ, ਕਿਉਂਕਿ ਇਹ ਪ੍ਰਕਿਰਤੀ ਜਿਹੜੀ ਹੈ ਨਾ 5 ਤੱਤਾਂ ਦੀ ਬਣੀ ਆ। 5 ਤੱਤਾਂ ਦੀ ਜਦੋਂ ਪ੍ਰਕਿਰਤੀ ਮਿਲਦੀ ਆ ਤਾਂ ਉਸ ਤੋਂ ਬਾਅਦ ਹੀ ਆਤਮਾ ਜਿਹੜੀ ਆ ਕੁਝ ਕਰ ਸਕਦੀ ਹੈ, ਕਿਉਂਕਿ ਇਹ ਦੋਨਾਂ ਦਾ ਕੰਬੀਨੇਸ਼ਨ ਚੱਲਣਾ ਹੈ। ਜੇਕਰ ਜੜ ਦੇ ਵਿੱਚ ਐਕਟੀਵਿਟੀ ਕਰਨੀ ਹੈ ਤੇ ਆਤਮਾ ਨੂੰ ਜੜ ਸਰੀਰ ਦਾ ਹੀ ਸਹਾਰਾ ਲੈਣਾ ਪਊਗਾ, ਕਿਉਂਕਿ ਉਹਦਾ ਜੇ ਹੁਣ ਜੜ ਦੇ ਵਿੱਚ, ਹੁਣ ਵੇਖੋ ਹੁਣ ਤੁਹਾਡੇ ਨਾਲ ਜੇ ਗੱਲਬਾਤ ਕਰਨੀ ਹੈ ਤੇ ਜਾਂ ਤੁਹਾਡੇ ਨਾਲ ਤੁਹਾਨੂੰ ਕੋਈ ਮੈਸੇਜ ਕਨਵੇ ਕਰਨਾ ਹੈ ਤੇ ਉੱਥੇ ਆਤਮਾ ਨੇ ਉਹ ਜੜ ਸਰੀਰ ਨੂੰ ਹੀ ਇਸਤੇਮਾਲ ਕਰਨਾ ਹੈ ਨਿੱਜਰ ਸਾਹਿਬ, ਕਿਉਂਕਿ ਹੋਰ ਕੋਈ ਸਾਧਨ ਨਹੀਂ ਹੈਗਾ ਤੁਹਾਡੇ ਨਾਲ ਕਮਿਊਨੀਕੇਸ਼ਨ ਕਰਨ ਦਾ। ਹੁਣ ਆਤਮਾ ਤੇ ਉਹ ਤੇ ਨਾ ਉਹਦਾ ਰੂਪ ਹੈ, ਨਾ ਰੰਗ ਹੈ, ਨਾ ਰੇਖ ਹੈ, ਹੁਣ ਉਹ ਡਾਇਰੈਕਟ ਕਿੱਥੋਂ ਕਮਿਊਨੀਕੇਸ਼ਨ ਕਰੂ। ਇਸੇ ਕਰਕੇ ਇਹ ਜਿਹੜੇ ਧਾਰਮਿਕ ਬੰਦੇ ਨੇ, ਜਿਹੜੇ ਮਨੁੱਖ ਨੇ, ਜਿਹੜੇ ਆਤਮਾ ਨੂੰ ਜਾਣਦੇ ਨੇ ਜਾਂ ਬ੍ਰਹਮ ਗਿਆਨੀ ਧਰਤੀ ਤੇ ਆਉਂਦੇ ਨੇ, ਉਹ ਆਤਮਾ ਦਾ ਮੈਸੇਜ ਦੇਣ ਵਾਸਤੇ ਹੁੰਦੇ। ਜਦੋਂ ਕੋਈ ਬੈਲੈਂਸ ਖਰਾਬ ਹੋ ਜਾਂਦਾ ਉੱਥੇ ਫਿਰ ਕੀ ਹੁੰਦੇ, ਉੱਥੇ ਬ੍ਰਹਮ ਗਿਆਨੀ ਵੀ ਜ਼ਿਆਦਾ ਆਉਂਦੇ ਨੇ, ਕਿਉਂਕਿ ਹੁਣ ਜਿੱਥੇ ਬਿਮਾਰੀ ਜ਼ਿਆਦਾ ਹੋਵੇ ਨਿੱਜਰ ਸਾਹਿਬ ਡਾਕਟਰਾਂ ਦੀ ਲੋੜ ਵੀ ਤਾਂ ਉੱਥੇ ਜ਼ਿਆਦਾ ਨਾ। ਬਿਲਕੁਲ। ਤੇ ਜਿੱਥੇ ਬਿਮਾਰੀ ਘੱਟ ਹੋਵੇ ਉੱਥੇ ਤੇ ਜ਼ਿਆਦਾ ਡਾਕਟਰਾਂ ਦੀ ਲੋੜ ਵੀ ਨਹੀਂ ਹੈਗੀ। ਸੋ ਇਹ ਪ੍ਰਕਿਰਤੀ ਦਾ ਸਿਸਟਮ ਹੈ। ਫਿਰ ਉਹ ਆਧਾਰ ਹੈ ਜੀ, ਉਹੀ ਉਹਨੂੰ ਸਪੋਰਟ ਕਰਦਾ। ਫਿਰ ਆਪੇ ਦੇਖੋ, ਆਪੇ ਸੂਖਮ ਭਾਲੀਏ ਆਪੇ ਪਸਾਰ। ਆਪ ਹੀ ਗੁਪਤ ਹੈਗਾ, ਆਪ ਹੀ ਪਸਾਰ ਦੇ ਵਿੱਚ ਹੈ। ਸੂਖਮ ਮਤਲਬ ਗੁਪਤ ਰੂਪ ਦੇ ਵਿੱਚ ਹੈ। ਤੇ ਨਿੱਜਰ ਸਾਹਿਬ ਜਿਹੜਾ ਜੋ ਵੀ ਸਾਨੂੰ ਪ੍ਰਪੰਚ ਦਿਖਾਈ ਦਿੰਦਾ ਹੈ, ਜੋ ਪਸਾਰਾ ਹੈ, ਜੋ ਜਿਸਨੂੰ ਮਾਇਆ ਕਹਿ ਲਈਏ, ਇਹਦੇ ਅੰਦਰ ਜਿਹੜਾ ਪਿੱਛੇ ਇੱਕ ਸੂਖਮ ਜਗਤ ਹੈ, ਉਹ ਸਾਡੀ ਦਿਖਾਈ, ਸਾਡੀ ਨਜ਼ਰ ਦੀ ਪਹੁੰਚ ਨਹੀਂ ਆ ਸਕਦਾ, ਕਿਉਂਕਿ ਉਹ ਇੱਕ ਸੂਖਮ ਜਗਤ ਆ। ਉਹ ਇੱਕ ਪ੍ਰਮਾਤਮਾ ਨੇ ਇੱਕ ਐਸੀ ਚੀਜ਼ ਬਣਾ ਕੇ ਰੱਖੀ ਹੈ ਜਿਹੜੀ ਇਸ ਜਗਤ ਦੇ ਉੱਪਰ ਮਤਲਬ ਆਪਣਾ ਕੰਟਰੋਲ ਰੱਖਦੀ। ਬਿਲਕੁਲ। ਔਰ ਇਸ ਤੋਂ ਪਹਿਲਾਂ ਜਿਹੜਾ ਹੈਗਾ ਗੋਰਖੀ ਸਾਹਿਬ, ਆਤਮਾ ਵੀ ਤਾਂ ਸੂਖਮ ਹੀ ਹੈ ਨਾ। ਆਤਮਾ ਵੀ ਤਾਂ ਸੂਖਮ ਹੈ। ਹਾਂ ਨਿਜਰ ਸਾਹਿਬ, ਆਤਮਾ ਤੇ ਸੂਖਮ ਹੈਗੀ ਆ, ਪਰ ਜਿਹੜੇ ਜੀਵ ਹੁੰਦੇ ਨਾ, ਜੀਵਾਂ ਨੂੰ ਆਤਮਾ ਖੁਦ ਨਹੀਂ ਕੰਟਰੋਲ ਕਰਦੀ। ਇਹਨੂੰ ਉਹ ਚਾਹੀਦਾ ਆਪਣੇ ਸੁਰਤ ਮਤ ਮਨ ਬੁੱਧ, ਜਿਹੜੀਆਂ ਸੂਖਮ ਗਿਆਨ ਇੰਦਰੀਆਂ ਕਹਿ ਲਓ। ਹਾਂ ਨਿਜਰ ਸਾਹਿਬ, ਜਿਹੜੀ ਆਪਣਾ ਜਿਹੜੇ ਜਦੋਂ ਜੀਵ ਬਾਹਰ ਨਿਕਲ ਜਾਂਦਾ ਹੈ ਨਾ, ਉਸ ਤੋਂ ਬਾਅਦ ਆਤਮਾ ਨਹੀਂ ਲੈ ਕੇ ਜਾਂਦੀ ਇਹਨੂੰ। ਆਤਮਾ ਨੇ ਵਿਧਾਂਤ ਬਣਾਇਆ, ਉਹ ਆਪਣੇ ਆਪ ਹੀ ਹੋ ਰਿਹਾ ਹੈ। ਉਹ ਕਿਉਂਕਿ ਹੁਣ ਜਿੱਦਾਂ ਤੁਸੀਂ ਵੇਖ ਲਓ, ਉਹ ਈਕੋ ਸਿਸਟਮ, ਵੱਡਾ ਜੀਵ ਜਿਹੜਾ ਛੋਟੇ ਨੂੰ ਖਾਂਦਾ ਹੈ, ਫਿਰ ਉਸ ਤੋਂ ਵੱਡਾ ਉਹਨੂੰ ਖਾਂਦਾ ਹੈ, ਇਹ ਬਾਈ ਆਟੋਮੈਟਿਕਲੀ ਹੋ ਰਿਹਾ ਹੈ, ਕਿਉਂਕਿ ਆਤਮਾ ਇਹ ਕੰਮ ਦੇ ਵਿੱਚ ਇੰਟਰਫੇਰੈਂਸ ਨਹੀਂ ਕਰ ਰਹੀ। ਉਹਨੇ ਜਿਹੜਾ ਧਰਮ ਦਾ ਕਾਨੂੰਨ ਬਣਾ ਦਿੱਤਾ ਹੈ ਨਾ, ਦੇਖੋ ਤੁਹਾਨੂੰ ਦੱਸਿਆ ਪਹਿਲਾਂ ਵਿਚਾਰ ਚੱਲੀ ਕਿ ਜੱਜ ਜਿਹੜਾ ਹੈ, ਜੱਜ ਜੱਜਮੈਂਟ ਲੈਂਦਾ ਹੈ, ਕਿਉਂਕਿ ਕੋਈ ਕਿਤਾਬ ਹੈਗੀ ਆ, ਜਿਹੜੇ ਪਹਿਲੀ ਵਾਰੀ ਜਿਹੜੇ ਸੈਕਸ਼ਨ ਲੱਗ ਗਏ ਨਾ, ਜਿਹੜੇ ਪੁਲਿਸ ਨੇ ਲਿਖਤੇ ਤੁਹਾਡੇ FIR 'ਚ, ਉਹ ਆਖਰ ਤੱਕ ਤੁਰੇ ਜਾਣੇ ਆ, ਕਿਉਂਕਿ ਜੱਜ ਨੇ ਉਹਨੂੰ ਵੇਖਣਾ, ਕਿਉਂਕਿ ਮੌਕੇ ਤੇ ਕੀ ਹੋਇਆ। ਉਹਨੇ ਕਹਿਣਾ ਜੀ ਮੈਨੂੰ ਏਦਾਂ ਕੀਤਾ, ਉਹਨੇ ਕਹਿਣਾ ਜੀ ਮੈਨੂੰ ਏਦਾਂ ਕੀਤਾ। ਫਿਰ ਉਹਨੇ ਕਹਿੰਦੇ ਦੋਨਾਂ 'ਚ ਸੱਚਾ ਕਿਹੜਾ, ਸਬੂਤ ਪੇਸ਼ ਕਰੋ। ਫਿਰ ਗਵਾਹ ਆਉਂਦੇ ਨੇ, ਫਿਰ ਉਹ ਗਵਾਹਾਂ ਨੂੰ ਬਾਰ-ਬਾਰ ਸੁਣਦੇ ਨੇ। ਫਿਰ ਉਹ ਜੱਜ ਵੇਂਦਾ ਹੈ ਕਿ ਕਿਤੇ ਗਵਾਹ ਝੂਠਾ ਤਾਂ ਨਹੀਂ ਹੈ, ਕਿਤੇ ਆਪ ਫੈਬਰੀਕੇਟ ਤਾਂ ਨਹੀਂ ਕਰ ਦਿੱਤਾ। ਉਹ ਜੱਜ ਇਸੇ ਚੀਜ਼ ਨੂੰ ਵੇਂਦਾ ਰਹਿੰਦਾ। ਫਿਰ ਹੌਲੀ ਜਿਵੇਂ ਸਮਾਂ ਲੰਘਦਾ ਜਾਂਦਾ ਹੈ ਤੇ ਕੇਸ ਦੇ ਵਿੱਚ ਜਿਹੜਾ ਨਿਖਾਰ ਆਉਂਦਾ ਹੈ, ਕੁਆਲਿਟੀ ਹੁੰਦੀ ਹੈ, ਫਿਰ ਹਰ ਵਾਰੀ ਉਹ ਸੁਣਦਾ ਹੈ ਤੇ ਲਿਖੀ ਜਾਂਦਾ। ਇਸੇ ਤਰ੍ਹਾਂ ਜਿਹੜਾ ਧਰਮ ਹੈ, ਧਰਮ ਵੀ ਇੱਕ ਕਿਸਮ ਦਾ ਜੱਜ ਹੈ, ਜੱਜਮੈਂਟ ਕਰਦਾ ਹੈ ਜੀਵ ਦੇ। ਜਿੱਦਾਂ ਬਾਣੀ 'ਚ ਵੀ ਕਿਹਾ ਹੈ ਕਿ ਤੇਰੇ ਜਿਹੜੇ ਕਰਮ ਨੇ ਜੋ ਤੂੰ ਕੀਤੇ ਆ, ਉਹ ਤੇਰੇ ਨਾਲ ਜਾਂਦੇ ਆ, ਤੇ ਇਸ ਕਰਕੇ ਤੂੰ ਐਵੇਂ ਅੱਖਾਂ ਬੰਦ ਕਰਕੇ ਤੂੰ ਕਰਮ ਨਾ ਕਰ, ਕਿਉਂਕਿ ਉਹ ਤੇਰੇ ਜੀਵਨ ਦੇ ਵਿੱਚ ਉਹਨਾਂ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ, ਕਿਉਂਕਿ ਤੂੰ ਉਹਨਾਂ ਦੇ ਅਧੀਨ ਹੀ ਆਪਣਾ ਜੀਵਨ ਬਤੀਤ ਕਰਨਾ ਹੈ। ਔਰ ਕੱਲ ਨੂੰ ਜੋ ਮਰਜ਼ੀ ਹੋ ਜੇ, ਤੂੰ ਜਿਹੜਾ ਅਗਲੀ ਯਾਤਰਾ ਸ਼ੁਰੂ ਕਰਨੀ ਹੈ। ਦੇਖੋ ਆਪਾਂ ਵੀ ਬਿਨਾਂ ਮਤਲਬ ਤੇ ਕੋਈ ਯਾਤਰਾ ਨਹੀਂ ਕਰਦੇ। ਕੋਈ ਕੰਮ ਹੁੰਦਾ ਹੈ, ਹੁਣ ਜਦੋਂ ਆਪਣਾ ਮੰਨ ਲਓ ਕੋਈ ਗਵਰਨਮੈਂਟ ਦਾ ਕੰਮ ਰੁਕਿਆ ਤੇ ਸਾਨੂੰ ਫਿਜ਼ੀਕਲੀ ਉੱਥੇ ਜਾਣਾ ਪੈਂਦਾ। ਕਿਉਂ ਜਾਣਾ ਪੈਂਦਾ? ਕਿਉਂਕਿ ਸਾਡਾ ਕੰਮ ਹੈ, ਸਾਨੂੰ ਉੱਥੇ ਸਾਈਨ ਕਰਨੇ ਆ ਜਾਂ ਕੋਈ ਫੋਟੋ ਖਿਚਵਾਉਣੀ ਆ। ਸਹੀ ਨਿੱਜਰ ਸਾਹਿਬ? ਬਿਲਕੁਲ। ਇਸੇ ਤਰ੍ਹਾਂ ਜਿਹੜੇ ਜੀਵ ਦੇ ਕਰਮ ਹੁੰਦੇ ਆ, ਉਹ ਬੰਦੇ ਨੂੰ ਉੱਥੇ ਦਫ਼ਤਰ 'ਚ ਜਾਣਾ ਹੀ ਪੈਣਾ ਵਾ। ਆਪਣੇ ਆਪ ਹੀ ਤੁਰਿਆ ਜਾਂਦਾ ਬੰਦਾ, ਉਹਦੇ ਵਿੱਚ ਕੋਈ ਉੱਥੇ ਕੋਈ ਬੈਠਾ ਨਹੀਂ ਆ।
ਕਿ ਬੰਦਾ ਬੈਠਾ ਮੇਰੇ ਵਰਗਾ, ਤੁਹਾਡੇ ਵਰਗਾ, ਜਿੱਦਾਂ ਇੱਥੇ ਆਪਾਂ ਸਿਨੇਮਾ ਹਾਲ 'ਚ ਗਏ ਫਿਲਮਾਂ ਵੇਖਣਾ ਤੇ ਟਿਕਟਾਂ ਵੰਡ ਰਿਹਾ, ਕੋਈ ਏਦਾਂ ਕਰ ਰਿਹਾ, ਨਹੀਂ। ਉਹ ਇੱਕ ਕਾਨੂੰਨ ਬਣਾਤੇ ਆ। ਜਿੱਦਾਂ ਹੁਣ ਵੇਖੋ ਧਰਤੀ ਆ, ਸੂਰਜ ਆ, ਇਹਨੂੰ ਕੋਈ ਬੰਦਾ ਥੋੜੀ ਘੁਮਾ ਰਿਹਾ, ਉਹ ਤੇ ਉਹਨੇ ਬਣਾ ਕੇ ਛੱਡਤਾ ਹੈ ਨਿਜਰ ਸਾਹਿਬ, ਉਹ ਬਣਾ ਕੇ ਛੱਡ ਕੇ ਆਪ ਗਾਂਹ ਤੁਰ ਪੈਂਦੀ ਚੀਜ਼, ਉਹ ਸ਼ਕਤੀ। ਹਾਂ, ਉਹ ਸ਼ਕਤੀ ਜਿਹੜੀ ਹੈ, ਜੇ ਕੋਈ ਉਸ ਸ਼ਕਤੀ ਨੂੰ ਮਿਲਣਾ ਚਾਹੁੰਦਾ ਹੈ, ਫਿਰ ਉਹਨੂੰ ਜਿਹੜਾ ਇੱਕ ਵੱਖਰਾ ਰਸਤਾ ਲੱਭਣਾ ਪਊਗਾ, ਉਹ ਹੈ ਅਧਿਆਤਮਿਕ ਜੀਵਨ, ਜਿਹੜਾ ਇਹ ਸੋਚਦਾ ਹੈ ਕਿ ਬੰਦੇ ਆਉਂਦੇ ਕਿੱਥੋਂ ਆ ਤੇ ਬੰਦੇ ਮਰਨ ਤੋਂ ਬਾਅਦ ਜਾਂਦੇ ਕਿੱਥੇ। ਤੇ ਜੇ ਬੰਦੇ ਮੇਰੇ ਪੇਟ 'ਚ 3 ਬੱਚੇ ਜਾਂ 4 ਬੱਚੇ ਪੈਦਾ ਹੋਏ ਜਾਂ 2 ਬੱਚੇ ਪੈਦਾ ਹੋਏ ਆ, ਇਹਨਾਂ ਦਾ ਸੁਭਾਅ ਉਹਨਾਂ ਕੋਲੋਂ ਕਿੱਥੋਂ ਆਉਂਦਾ ਹੈ? ਉਹਨਾਂ ਦੇ ਬੱਚਿਆਂ ਦਾ ਸੁਭਾਅ ਮੇਰੇ ਵਰਗਾ ਕਿਉਂ ਨਹੀਂ ਆ? ਜਦਕਿ ਮੈਂ ਤੇ ਪਿਓ ਆ, ਮੈਂ ਉਹਦੀ ਮਾਂ ਆ, ਪਰ ਉਹਨਾਂ ਵਰਗਾ ਸੁਭਾਅ ਵਾਲਾ ਬੰਦਾ ਦੁਨੀਆ ਤੇ ਫਿਰ ਹੋਰ ਕਿਉਂ ਨਹੀਂ ਹੈ? ਇਹ ਮਤਲਬ ਇਹ ਸਵਾਲ ਸਾਡੇ ਨੇ, ਅਧਿਆਤਮਿਕ ਸਵਾਲ। ਫਿਰ ਇੱਕ ਚੀਜ਼ ਵੇਖਣੀ ਹੈ ਕਿ ਇਹ ਮੈਂ ਆਇਆ ਵਾਂ, ਮੇਰੇ ਤੋਂ ਪਹਿਲਾਂ ਹੀ ਸੰਸਾਰ ਹੈਗਾ, ਮੈਂ ਚਲਾ ਵੀ ਜਾਣਾ ਹੈ, ਫਿਰ ਵੀ ਸੰਸਾਰ ਰਹਿਣਾ। ਫਿਰ ਉਸ ਤੋਂ ਬਾਅਦ ਇਹ ਸਵਾਲ ਬਣਦੇ ਨੇ ਕਿ ਜੇਕਰ ਜਿੱਦਾਂ ਮੈਂ ਜੀਵਨ ਬਤੀਤ ਕਰ ਰਿਹਾ, ਇਸ ਤਰ੍ਹਾਂ ਦਾ ਮੇਰੇ ਤੋਂ ਪਹਿਲਾਂ ਵੀ ਕਈਆਂ ਨੇ ਜੀਵਨ ਬਤੀਤ ਕੀਤਾ ਹੈ, ਤੇ ਆਖਰ 'ਚ ਉਹਨਾਂ ਨੂੰ ਪ੍ਰਾਪਤੀ ਕੀ ਹੋਈ ਹੈ? ਉਹਨਾਂ ਦਾ ਕੀ ਬਣਿਆ? ਹਾਂ, ਉਹਨਾਂ ਦਾ ਐਂਡ ਕੀ ਸੀ? ਹੁਣ ਜਿਹੜਾ ਰਸਤਾ ਮੈਂ ਤਿਆਰ ਕੀਤਾ ਹੈ, ਹੁਣ ਮੇਰੇ ਤੋਂ ਪਹਿਲਾਂ ਜਿਹੜੇ ਮੇਰੇ ਵੱਡੇ ਨੇ, ਮੇਰੇ ਤੋਂ 25-30 ਸਾਲ ਵੱਡੇ ਨੇ, ਉਹ ਵੀ ਇਹੋ ਰਸਤੇ ਤੋਂ ਚੱਲ ਕੇ ਆਏ ਸੀ, ਕਿ ਉਹਨਾਂ ਨਾਲ ਹੋਇਆ ਕੀ ਹੈ? ਬਸ ਹਾਂ, ਬਸ ਇਹ ਸਵਾਲ ਸਾਡੇ ਆਪਣੇ ਨੇ। ਜੇਕਰ ਆਪਾਂ ਪੁੱਛਦੇ ਹਾਂ ਆਪਣੇ ਆਪ ਤੋਂ, ਤੇ ਫਿਰ ਤੇ ਥੋੜੀ ਕਲੈਰਿਟੀ ਮਿਲਦੀ ਆ। ਤੇ ਜੇ ਆਪਾਂ ਮੋਹ ਦੇ ਵਿੱਚ ਫਸ ਗਏ, ਫਿਰ ਤੇ ਤੁਹਾਨੂੰ ਪਤਾ ਹੀ ਹੈ ਕਿ ਮੋਹ ਦੇ ਵਿੱਚ ਰੇਸ਼ਮ ਦਾ ਕੀੜਾ ਫਸ ਜਾਂਦਾ ਹੈ, ਫਿਰ ਉਹ ਰੇਸ਼ਮ ਬਣਾਈ ਜਾਂਦਾ, ਆਖਰ ਦੇ ਵਿੱਚ ਉਹ ਰੇਸ਼ਮ ਦੀ ਜਾਲ ਦੇ ਅੰਦਰ ਹੀ ਰਹਿ ਜਾਂਦਾ। ਸੁੱਤੇ ਹੀ ਜੀਵਨ ਲੰਘ ਜਾਣਾ ਹੈ ਬਸ। ਹਾਂ, ਬਾਣੀ ਕਹਿੰਦੀ ਇਸੇ ਕਰਕੇ ਕਹਿ ਰਹੀ ਹੈ ਕਿ ਤੂੰ ਦੇਖ ਕਿ ਇਹ ਜਿਹੜੀ ਪ੍ਰਕਿਰਤੀ ਬਣੀ ਹੈ, ਇਹ ਸਾਰਾ ਕੁਝ ਕਿੱਥੋਂ ਆਇਆ ਹੈ? ਆ ਸੜਕਾਂ ਤੇ ਮੰਨਿਆ ਤੁਸੀਂ ਬਣਾਤੀਆਂ, ਪਰ ਇਹ ਧਰਤੀ ਤੇ ਜਦੋਂ ਧਰਤੀ ਕਹਿੰਦੇ ਸੀ, ਹੁਣ ਇਹ ਲੋਕ ਬੜੀਆਂ ਗੱਪਾਂ ਮਾਰਦੇ ਆ, ਉਹ ਜੀ ਇਹਦੀ ਸੂਰਜ ਦਾ ਹਿੱਸਾ ਸੀ, ਉਹ ਫਿਰ ਸੂਰਜ ਤੋਂ ਅਲੱਗ ਹੋ ਗਈ, ਫਿਰ ਜੀ ਠੀਕ ਹੈ ਅਲੱਗ ਤੇ ਹੋ ਗਈ, ਫਿਰ ਆਲੇ ਬੀ ਕਿੱਥੋਂ ਆ ਗਏ? ਫਿਰ ਆੜਾ ਇਕੋ ਸਿਸਟਮ ਹੈ, ਸਮੁੰਦਰ ਦਾ ਪਾਣੀ ਭਾਪ ਬਣਦਾ ਹੈ, ਇਹ ਭਾਪ ਬਣਾਉਣ ਦਾ ਡਿਜ਼ਾਈਨ ਕਿਹਨੇ ਕੀਤਾ? ਫਿਰ ਸਮੁੰਦਰ ਦਾ ਖਾਰਾ ਪਾਣੀ, ਫਿਰ ਲੂਣ ਕਿਉਂ ਨਹੀਂ ਪਾਣੀ ਦੇ ਵਿੱਚ ਚਲ ਜਾਂਦਾ? ਕੱਲਾ ਸਾਫ ਪਾਣੀ, ਸ਼ੁੱਧ ਪਾਣੀ, ਨਾਰਮਲ ਵਾਟਰ ਕਿਉਂ ਬਣਦਾ, ਭਾਪ ਬਣਦੀ ਆ? ਦੂਜਾ ਪਾਣੀ ਇਹ ਲੂਣ ਕਿਉਂ ਨਹੀਂ ਨਾਲ ਚਲ ਜਾਂਦਾ? ਕਿਉਂਕਿ ਕਿਸੇ ਨੇ ਡਿਜ਼ਾਈਨ ਕੀਤਾ ਹੈ। ਹੁਣ ਬੱਦਲ ਮੰਨ ਲਓ ਆ ਗਿਆ, ਪਰ ਉਹਦੇ ਵਿੱਚੋਂ ਪਾਣੀ ਨੂੰ ਅਲੱਗ ਕਰਨ ਦੇ ਲਈ ਉਹ ਬਿਜਲੀ ਦਾ ਫਾਰਮੂਲਾ ਕਿਹਨੇ ਲਾਇਆ ਹੈ? ਫਿਰ ਬਿਜਲੀ ਆਉਂਦੀ ਕਿੱਥੋਂ ਪਈ ਹੈ? ਕੋਈ ਨਾ ਕੋਈ ਸੋਰਸ એનર્ਜੀ ਚਾਹੀਦੀ ਹੈ ਨਿਜਰ ਸਾਹਿਬ। ਬਿਲਕੁਲ। ਸਾਡੇ ਘਰ ਜਿਹੜੀ ਬਿਜਲੀ ਉਹ ਤੇ ਜਨਰੇਟਰ ਤੋਂ ਆ ਰਹੀ ਹੈ। ਹੁਣ ਕੋਈ ਨਾ ਕੋਈ એનર્ਜੀ ਦੇਣ ਵਾਲਾ, ਉਹਨੂੰ ਕੌਣ એનર્ਜੀ ਦੇਣ ਵਾਲਾ? ਉਹ ਫਿਰ ਆਉਂਦੀ ਕਿੱਥੋਂ ਆ? ਇਹ ਜਿਹੜੀ ਹਵਾ ਆਪਣੇ ਆਪ ਕਿਉਂ ਚੱਲਦੀ ਪਈ ਹੈ? ਮੀਂਹ ਦਾ ਮੌਸਮ ਕਿੰਨੇ ਡਿਜ਼ਾਈਨ ਕੀਤਾ? ਇੰਨੀਆਂ ਮੌਸਮ ਆ ਰਹੇ ਨੇ, ਮੌਸਮ ਜਾ ਰਹੇ ਨੇ, ਕਿਤੇ ਗਰਮੀ ਆ ਜਾਂਦੀ, ਕਿਤੇ ਮਤਲਬ ਮੀਂਹ ਆ ਜਾਂਦਾ ਹੈ, ਕਿਤੇ ਸਰਦੀਆਂ ਆ ਜਾਂਦੀਆਂ, ਕਿਤੇ ਪਤਝੜ ਆ ਜਾਂਦੀ ਹੈ। ਇਹ ਮਤਲਬ ਇਹਦੇ ਪਿੱਛੇ ਕੌਣ ਆ? ਤੈਨੂੰ ਵੀ ਕਿੰਨੇ ਬਣਾਇਆ? ਔਰ ਤੂੰ ਤੇ ਬਹੁਤ ਛੋਟਾ ਸਾ, ਇੰਨਾ ਛੋਟਾ ਸਾ, ਇੱਕ ਛੋਟਾ ਜਿਹਾ ਖਸਕੇ ਦੇ ਦਾਣੇ ਤੋਂ ਵੀ ਛੋਟਾ ਹੋਏਗਾ। ਤੇ ਫਿਰ ਉਹਦੇ ਅੰਦਰ ਤੇਰੀਆਂ ਹੱਡੀਆਂ, ਤੇਰੀਆਂ ਅੱਖਾਂ, ਤੇਰਾ ਦਿਮਾਗ, ਤੇਰੀਆਂ ਮੁੱਛਾਂ, ਤੇਰੀਆਂ ਭਰਵੱਟੇ, ਤੇਰੇ ਕੰਨ, ਤੇਰੀਆਂ ਲੱਤਾਂ, ਤੇਰੀਆਂ ਬਾਹਾਂ, ਇਹਨੂੰ ਅੰਦਰ ਇਹ ਬਿਗ ਬੈਂਗ ਨੇ ਥੋੜੀ ਪੈਦਾ ਕੀਤੇ ਹੈ। ਕਰ ਲੋ ਬਿਗ ਬੈਂਗ ਪੈਦਾ, ਫਿਰ ਜੰਗਲ ਚ ਲੈ ਆਓ ਬਾਂਦਰਾਂ ਚੋਂ, ਫਿਰ ਬਾਂਦਰ ਕਿੱਥੋਂ ਆਏ? ਮੰਨ ਲਓ ਧਰਤੀ ਸਾਰੀ ਸਾਫ਼ ਕਰ ਦਈਏ, ਧਰਤੀ ਖਤਮ ਕਰ ਦਈਏ, ਆਪਾਂ ਇਹਨੂੰ ਜ਼ੀਰੋ ਤੋਂ ਸ਼ੁਰੂ ਕਰੀਏ, ਇਹ ਜੀਵਨ ਕਿੱਦਾਂ ਆ ਗਿਆ? ਹੁਣ ਕਮਲ ਦੱਸਣ ਦੇ ਮੈਨੂੰ ਪਤਾ ਨਹੀਂ ਪਰਸੋਂ ਦੀ ਗੱਲ, ਉਹ ਕਹਿੰਦਾ ਕਿ ਪਾਪਾ ਜਿਹੜੇ ਡੀਪ ਸੀ ਦੇ ਵਿੱਚ ਜਾਨਵਰ ਰਹਿੰਦੇ ਆ ਨਾ, ਨਿਸ਼ਚਲ ਸਾਹਿਬ ਕਹਿੰਦੇ ਉਹਨਾਂ ਦੀਆਂ ਅੱਖਾਂ ਹੀ ਨਹੀਂ ਹੈਗੀਆਂ, ਕਿਉਂਕਿ ਉੱਥੇ ਹਨੇਰਾ ਬੜਾ। ਉਹਨਾਂ ਕੋ ਸੈਂਸੀ ਵੱਖਰੀ, ਉਹਨਾਂ ਕੋਲ ਜਿਹੜੀ ਟੈਕਨੀਕ ਆ ਉਹ ਉੱਪਰਲੇ ਜਿਹੜੇ ਹੈਗੇ ਨੇ ਜੀਵ ਜੰਤੂ, ਉਹਨਾਂ ਤੋਂ ਡਿਫਰੈਂਟ ਟੈਕਨੀਕ ਉਹਨਾਂ ਦੇ। ਸੋ ਇਹ ਗੱਲਾਂ ਬਾਤਾਂ ਨੇ।
ਇੱਥੇ ਆਪਾਂ ਦੇਖੋ ਆ ਗੱਲਾਂ ਤੁਹਾਡੇ ਨਾਲ ਮੈਂ ਕਿਉਂ ਕਰ ਰਿਹਾ ਕਿ ਇਹ ਸਾਡੇ ਸਵਾਲ ਨੇ। ਫਿਰ ਕਣਕ ਆ, ਝੋਨਾ ਹੈ, ਇਹ ਦਾਲਾਂ, ਇਹ ਚੌਲ, ਇਹ ਗੋਭੀ, ਇਹ ਬਤਾਊਂ, ਇਹ ਟਮਾਟਰ, ਇਹ ਖੀਰੇ, ਇਹ ਗੰਢੇ, ਇਹ ਪਿਆਜ਼, ਆ ਮੂਲੀਆਂ, ਇਹ ਕਿੱਥੋਂ, ਇਹ ਕੌਣ ਆ, ਇਹ ਕਿੰਨੇ ਬਣਾਏ ਆ? ਹੁਣ ਮਾੜਾ ਜਿਹਾ ਇੱਥੇ ਹੁਣ ਆਪਾਂ ਵੇਖੋ, ਆਪਾਂ ਤੇ ਕੇਵਲ ਉਹੀ ਖਾਣਾ ਪੈਦਾ ਕਰ ਸਕਦੇ ਹਾਂ ਜਿਹੜਾ ਸੀਜ਼ਨ ਦੇ ਵਿੱਚ ਹੁੰਦਾ, ਜਿਹੜਾ ਸੀਜ਼ਨ ਹੀ ਨਹੀਂ ਉੱਗਦਾ ਨਹੀਂ ਆ। ਪਰ ਇਹਦਾ ਮਤਲਬ ਕਿ ਸੀਜ਼ਨ ਆ ਜਾਂ ਬਗੈਰ ਸੀਜ਼ਨ ਤੋਂ ਚੀਜ਼ ਪੈਦਾ ਹੋਈ ਆ, ਇਹਦਾ ਕ੍ਰੀਏਟਰ ਕੌਣ ਆ? ਆਹ ਦੇਖੋ, ਆ ਭੇਜਣ ਤੋਂ ਪਾਇਆ। ਇਹ ਸਾਰੀ ਕਥਾ ਜਿੰਨੀ ਵੀ ਕੀਤੀ ਉਹਦੀ ਆ। ਔਰ ਦੇਖੋ ਮਾਲਕ ਨੇ ਗੋਰਖੀ ਸਾਹਿਬ ਇੱਕ ਮੌਸਮ ਦੇ ਵਿੱਚ, ਇੱਕ ਏਰੀਏ ਦੇ ਵਿੱਚ ਜਾਂ ਇੱਕ ਕੰਟਰੀ ਦੇ ਵਿੱਚ ਠੰਡ ਹੁੰਦੀ ਆ, ਉਸੇ ਟਾਈਮ ਦੂਸਰੀ ਕੰਟਰੀ ਦੇ ਵਿੱਚ ਗਰਮੀ ਹੁੰਦੀ ਹੈ। ਹਾਂ, ਇਹਦਾ ਮਤਲਬ ਇਹ ਧਰਤੀ ਦੇ ਅੰਦਰ ਕੋਈ ਨਾ ਕੋਈ ਏਦਾਂ ਦਾ ਸਿਸਟਮ ਹੈ ਜਿਹੜਾ ਉਹਨੂੰ ਕੰਟਰੋਲ 'ਚ ਰੱਖ ਕੇ ਬੈਠਾ। ਤੇ ਉਹ ਵੇਖ ਲਓ, ਹੁਣ ਤੁਸੀਂ ਘਰ ਬਣਾਇਆ, ਕੁਝ ਸਾਲਾਂ ਬਾਅਦ ਇਹਨੇ ਫਿਰ ਮਿੱਟੀ ਹੋ ਜਾਣਾ ਵਾ। ਨਿੱਜਰ ਸਾਹਿਬ ਫਿਰ ਮਿੱਟੀ 'ਚ ਬਿਲਕੁਲ। ਕੋਈ ਵੀ ਚੀਜ਼ ਬਣਾ ਕੇ ਵੇਖ ਲਓ, ਤੁਸੀਂ ਟੈਂਕ ਬਣਾ ਲਓ, ਕਿੱਡਾ ਮੋਟਾ ਟੈਂਕ ਆ, ਇੱਕ ਸਮਾਂ ਆਉਣਾ ਜੰਗਾਲ ਪੈ ਕੇ ਉਹਨੇ ਫਿਰ ਮਿੱਟੀ ਬਣ ਜਾਣਾ ਵਾ। ਬਿਲਕੁਲ ਸਹੀ ਗੱਲ ਹੈ। ਮਿੱਟੀ ਜੋ ਚੀਜ਼ ਆਈ, ਆਪਾਂ ਵੀ ਮਿੱਟੀ ਚੋਂ ਆਏ, ਆਪਾਂ ਫੇਰ ਇੱਕ ਦਿਨ ਮਿੱਟੀ 'ਚ। ਇਹ ਮਤਲਬ ਇਹ ਆ ਤੁਹਾਡੀ ਉਮਰ ਕਿੰਨੀ ਡਿਜ਼ਾਈਨ ਕੀਤੀ ਹੈ, ਕੁੱਤੇ ਦੀ ਉਮਰ ਕਿੰਨੀ ਡਿਜ਼ਾਈਨ ਕੀਤੀ, ਹਾਥੀ ਦੀ ਉਮਰ ਕਿੰਨੀ ਡਿਜ਼ਾਈਨ ਕੀਤੀ ਹੈ। ਫਿਰ ਹਾਥੀ ਕਿੱਦਾਂ ਰਹੂਗਾ, ਕਿੱਦਾਂ ਚੱਲੂਗਾ, ਉਹਦੀਆਂ ਲੱਤਾਂ ਕਿੱਡੀਆਂ ਮੋਟੀਆਂ ਹੋਣਗੀਆਂ, ਉਹਦੀ ਪੂਛ ਦੇ ਵਾਲ ਕਿੰਨੇ ਲੱਗਣਗੇ। ਨਿਜਾ ਸਾਹਿਬ, ਉਹਦੇ ਸਿੰਘ ਅੱਗੇ 2 ਹੋਰ, ਪਿੱਛੇ ਹੋਰ। ਇਹ ਮਤਲਬ ਡਿਜ਼ਾਈਨਰ ਕੌਣ ਹੈ? ਪਰ ਆਪਾਂ ਨਹੀਂ ਸੋਚਦੇ, ਆਪਾਂ ਤੇ ਬਸ ਅੱਖਾਂ ਬੰਦ ਕਰਕੇ ਨਾ ਗਿਆਨੇ ਬਸ ਆਏ ਆ ਤੇ ਪਿਓ ਦੇ ਪੁੱਤ ਪੂਰਾ ਜ਼ੋਰ ਲਾਉਂਦੇ ਆ ਕਿ ਕਿਸੇ ਤਰੀਕੇ ਨਾਲ ਆਪਾਂ ਕਿਸੇ ਦੇ ਪਿੱਛੇ ਨਾ ਰਹਿ ਜਾਈਏ। ਪਰ ਬਾਣੀ ਕਹਿੰਦੀ ਹੈ ਤੇਰੇ ਨਿੱਜੀ ਸਵਾਲ ਨੇ, ਉਹ ਜਿੰਨਾ ਚਿਰ ਤੂੰ ਇਹ ਸਵਾਲ ਨਹੀਂ ਕਰਦਾ ਤੇਰੇ ਅੰਦਰ ਜਿਗਿਆਸਾ ਨਹੀਂ ਪੈਦਾ ਹੋਣੀ। ਨਿੱਜਰ ਸਾਹਿਬ, ਹੁਣ ਇੱਕ ਬਾਬਾ ਜਿਹਾ, ਪਤਾ ਨਹੀਂ ਕਿਹੜਾ, ਮੈਂ ਫੇਸਬੁੱਕ ਤੇ ਵੇਖਿਆ ਕਿ ਚਵਲ ਜਿਹਾ ਬਾਬਾ ਵਾ, ਉਹ ਐਵੇਂ ਫੂਕਾਂ ਜਿਹੀਆਂ ਮਾਰੀ ਜਾਂਦਾ ਸਪੀਕਰ 'ਚ, ਤੇ ਬੀਬੀਆਂ ਜਿੱਦਾਂ ਪਖੰਡ ਕਰਦੀਆਂ ਕਈ ਹੁੰਦੀਆਂ, ਉਹ ਪੈਸੇ ਦੇ ਕੇ ਅੱਗੇ ਭਾਈਆਂ ਹੁੰਦੀਆਂ ਤੇ ਉਹਨਾਂ ਨੂੰ ਕਾਂਬਾ ਛੱਡ ਜਾਂਦਾ। ਤੇ ਦੇਖੋ, ਗੁਰੂਆਂ ਨੇ ਬਾਣੀ ਦੇ ਵਿੱਚ ਇੱਕ ਵੀ ਅੰਧ ਵਿਸ਼ਵਾਸ ਨਹੀਂ। ਸਭ ਏਦਾਂ ਦੀ ਤੁਕ ਹੈਗੀ ਆ। ਇੱਥੇ ਵੀ ਆਪਣੇ ਲਾਗੇ ਸਾਡੇ ਗੁਰਦੁਆਰਾ ਹੈਗਾ, ਕਹਿੰਦੇ ਇੱਥੇ ਸੰਤੋਖ ਸਾਹਿਬ ਗੁਰਦੁਆਰਾ ਵਾ। ਉਦੋਂ ਉੱਥੇ ਉਹ ਕੋਈ ਬਾਬਾ ਮਿਲ ਗਿਆ ਸੀ ਮੱਠ ਦੇ ਵਿੱਚ, ਕਿੰਨੇ ਯੁੱਗਾਂ ਤੋਂ ਬੈਠਾ ਸੀ, ਅੱਖਾਂ ਖੋਲੀਆਂ, ਕਿਤੇ ਦੱਸੋ ਕਿਹੜਾ ਯੁੱਗ ਆ। ਪਰ ਗੁਰੂਆਂ ਨੇ ਜੇਕਰ ਉਦਾਂ ਦੀ ਗੱਲਬਾਤ ਹੁੰਦੀ ਤੇ ਨਿੱਜਰ ਸਾਹਿਬ ਉਹਨਾਂ ਬਾਣੀ 'ਚ ਲਿਖ ਕੇ ਜਾਣੀ ਸੀ ਕਿ ਬਿਲਕੁਲ ਮਿਲਿਆ ਸਾਨੂੰ ਬਾਬਾ। ਬਿਲਕੁਲ ਨਹੀਂ ਹੈ। ਪਰ ਇਹ ਗੱਲਾਂ ਨਹੀਂ ਹੈਗੀਆਂ। ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਜੀ ਮਰਦਾਨੇ ਦੇ ਨਾਲ ਗਿਆ, ਉਸ ਬੀਬੀ ਨੇ ਜਾਦੂ ਟੂਣਾ ਮਾਰਿਆ ਤੇ ਜੀ ਉਦੋਂ ਭੇਡੂ ਬਣਾਤਾ। ਪਰ ਬਾਣੀ 'ਚ ਤੇ ਕਿਤੇ ਲਿਖਿਆ? ਨਿੱਜਰ ਸਾਹਿਬ ਦੱਸ ਦਿਓ, ਤੁਸੀਂ ਤੇ ਪੜਿਆ ਲਿਖਿਆ? ਨਹੀਂ, ਬਿਲਕੁਲ ਨਹੀਂ ਲਿਖਿਆ, ਸਾਖੀਆਂ ਹੈਗੀਆਂ। ਹਾਂ, ਕਿਉਂ ਆਪਾਂ ਏਦਾਂ ਕਰ ਰਹੇ ਹਾਂ? ਔਰ ਉਹੋ ਜਿਹੇ ਬੰਦੇ ਕਥਾਵਾਚਕ ਉਹਨੂੰ ਮਸਾਲਾ ਲਾਈ ਜਾਂਦੇ ਲਾ ਕੇ ਪਤਾ ਨਹੀਂ ਉਹਨੂੰ ਸਵਾਦਿਸ਼ਟ ਭੋਜਨ ਬਣਾ ਕੇ ਉਹ ਸਾਡੇ ਗਾੜੀ ਪਰੋਸ ਦਿੰਦੇ। ਪਰ ਗੁਰੂਆਂ ਨੇ ਏਦਾਂ ਦੀ ਕੋਈ ਗੱਲ ਹੀ ਨਹੀਂ ਕਹੀ ਨਾ। ਇਹ ਕਿੱਥੋਂ ਆਇਆ ਗਿਆਨ? ਇਹ ਕੇਵਲ ਇਹਨੂੰ ਕਹਿੰਦੇ ਨੇ, ਦੇਖੋ, ਇੱਕ ਹੁੰਦਾ ਇਤਿਹਾਸ, ਇੱਕ ਹੁੰਦਾ ਮਿਥਿਆਸ। ਉਹ ਕੇਵਲ ਗੱਲ ਨੂੰ ਸਮਝਾਉਣ ਦੇ ਲਈ। ਹੁਣ ਬੱਚੇ ਨੂੰ ਸਮਝਾਉਣਾ ਕਿ ਚੋਰੀ ਨਾ ਕਰ। ਹੁਣ ਮੈਂ ਕੀ ਕਹਿਣਾ, ਉਹ ਪੁੱਤ ਉਦਾਂ ਇੱਕ ਬੰਦਾ ਸੀ, ਉਹਨੇ ਨਾ ਚੋਰੀ ਕੀਤੀ, ਉਹਨੇ ਨਾ ਉਹ ਚੋਰੀ ਕਰਕੇ ਮਤਲਬ ਪੈਸੇ ਇਕੱਠੇ ਕਰ ਲਏ। ਫਿਰ ਉਹਨੇ ਇੱਕ ਮੱਝ ਲਈ, ਫਿਰ ਮੱਝ ਦੇ ਦੁੱਧ 'ਚ ਪਾਣੀ ਪਾਉਂਦਾ ਸੀ। ਇਸੇ ਤਰ੍ਹਾਂ ਕਰਕੇ 20 ਮੱਝਾਂ ਇਕੱਠੀਆਂ ਹੋ ਗਈਆਂ। ਫਿਰ ਇੱਕ ਸਮਾਂ ਆਇਆ, ਉਹ ਮੱਝਾਂ ਨਹਾਉਣ ਤੇ ਨਹਿਰ 'ਚ ਲੈ ਗਿਆ, ਉਹਦੀਆਂ ਸਾਰੀਆਂ ਮੱਝਾਂ ਦੇ ਵਿੱਚੋਂ ਰੁੜ ਗਈਆਂ, ਕੁਝ ਮੱਝਾਂ ਬਚ ਗਈਆਂ। ਜਿਹੜੀਆਂ ਉਹਨੇ ਦੁੱਧ ਮਤਲਬ ਪਾਣੀ ਪਾ ਕੇ ਦੁੱਧ ਵੇਚਿਆ ਸੀ, ਉਹ ਰੁੜ ਗਈਆਂ ਤੇ ਦੂਜੀਆਂ ਬਚ ਗਈਆਂ। ਇਹ ਗੱਲਾਂ ਕੇਵਲ ਸਮਝਾਉਣ ਦੇ ਲਈ ਆ। ਇਹਨੇ ਰੁੜਦੀਆਂ ਮੱਝਾਂ ਥੋੜੀ ਕਿਸੇ ਨੇ ਵੇਖੀਆਂ ਨੇ, ਉਹਦੀ ਕਿਸ ਤੇ ਕੀ ਬੱਚੇ ਨੂੰ ਆਪਾਂ ਸਮਝਾਉਣ ਦਾ ਤਰੀਕਾ ਹੁੰਦਾ। ਇਸੇ ਤਰ੍ਹਾਂ ਜਿਹੜਾ ਇਹ ਇਤਿਹਾਸ ਹੈ, ਜਿਹੜੀਆਂ ਆਪਣੇ ਪੁਰਾਤਨ ਗੱਲਾਂ ਲਿਖੀਆਂ ਨੇ, ਉਹ ਕੇਵਲ ਛੋਟੇ ਬੰਦੇ ਨੂੰ ਕਹਾਣੀ ਬਣਾ ਕੇ ਸਮਝਾ ਦਿੰਦੇ ਨੇ। ਹੁਣ ਦੇਖੋ, ਫਿਰ ਗੁਰੂ ਜੀ ਦਾ ਮਤਲਬ ਇਹ ਬਾਣੀ 'ਚ ਫਿਰ ਕਿਉਂ ਨਹੀਂ ਲਿਖ ਕੇ ਗਏ ਕਿ ਬਈ ਇੱਥੇ ਉਹ ਜਿਹੜਾ ਭੇਡੂ ਸੀ ਉਹਨੂੰ ਮੈਂ ਫਿਰ ਮਰਦਾਨਾ ਬਣਾਇਆ ਕਿ ਪਤਾ ਨਹੀਂ ਬਾਲਾ ਬਣਾਇਆ। ਮਤਲਬ ਉਹ ਗੱਲਾਂ ਜਿਹੜੀਆਂ ਨੇ, ਉਹ ਗੱਲਾਂ ਰਿਐਲਿਟੀ ਨਹੀਂ ਹੈਗੀਆਂ ਨੇ ਜੀ ਸਾਹਿਬ। ਨਾ, ਬਿਲਕੁਲ ਨਹੀਂ ਹੈਗੀ। ਪਰ ਤੁਸੀਂ ਦੇਖ ਲਓ ਆਪਣੇ ਸਟੇਜਾਂ ਤੇ ਆਪ ਹੀ ਉਹ ਬੋਲ ਦਿੰਦੇ ਉਹਨਾਂ
ਹੁਣ ਇੱਥੇ ਜਿਹੜਾ ਕਹਿੰਦੇ ਸੀ ਕਿ ਉਹ ਮੱਠ ਦੇ ਵਿੱਚ ਵੜਿਆ ਸੀ ਬਾਬਾ, ਕਹਿੰਦੇ ਜੀ ਵੱਡਾ ਸਾਰਾ ਗੁਰੂ ਜੀ ਕਹਿੰਦੇ ਇਹਨੂੰ ਬਾਹਰ ਕੱਢੋ, ਇਹਨੂੰ ਤੇਲ ਦੀ ਮਾਲਿਸ਼ ਕਰਾਓ। ਫਿਰ ਮਾਲਿਸ਼ ਕੀਤੀ। ਉਹ ਕਹਿੰਦੇ ਉਹਨਾਂ ਦੇ ਕੱਪੜੇ ਵੀ ਪੱਟੇ ਹੋਏ ਸੀ, ਵਸਤਰ। ਕਹਿੰਦੇ ਕਿੰਨੀ ਯੁੱਗ ਤੋਂ ਮੈਂ ਇੱਥੇ ਬੈਠਾ। ਤੁਸੀਂ ਆਪ ਸੋਚੋ, ਕੋਈ ਬੰਦਾ ਆਕਸੀਜਨ ਤੋਂ ਬਿਨਾਂ ਉੱਥੇ ਰਹਿ ਸਕਦਾ ਇੱਕ ਪਤੀਲੇ 'ਚ? ਜੇ ਕੋਈ ਦੀ ਹਿੰਮਤ ਹੈਗੀ ਤੇ ਲਿਆਓ ਮੇਰੇ ਕੋਲ, ਤੇ ਮੈਂ ਬਣਵਾ ਲੈਣਾ ਵੱਡਾ ਜੋ ਵੀ ਆ, ਉਹਦੇ ਵਿੱਚ ਮੱਠ 'ਚ ਵਾੜ ਕੇ ਤੇ ਉਹਨੂੰ ਕਰ ਦੇਣਾ ਤੋਂ ਸੀਲ, ਇਕੱਲਾ ਰਹਿ ਹੁਣ ਤੂੰ ਜਿੰਦਾ। ਤੂੰ ਜੋਗਾ ਉਹਨੇ ਘੰਟਾ ਨਹੀਂ ਕੱਢਣਾ। ਤੁਸੀਂ ਮੱਠ ਦੀ ਗੱਲ ਕਰਦੇ, ਤੁਹਾਨੂੰ ਇੱਕ ਕਮਰੇ 'ਚ ਬੰਦ ਕਰਕੇ ਜੇਕਰ ਅਸੀਂ ਆਕਸੀਜਨ ਬੰਦ ਕਰ ਦਈਏ ਨਾ, ਤੁਹਾਨੂੰ 2-2.5 ਘੰਟੇ 'ਚ ਆਕਸੀਜਨ ਤੁਸੀਂ ਕਮਰੇ ਦੀ ਸਾਰੀ ਖਾ ਜਾਣੀ ਆ। ਉਹ ਯਾਦ ਹੈ ਨਜਰ ਸਾਹਿਬ, ਇੱਕ ਦੀ ਸਮਰੀਨ ਡੁੱਬ ਗਈ ਸੀ, ਉਹਦੇ ਵਿੱਚ ਉਹ ਕੁਝ ਬੰਦੇ ਸੀ ਵਿਚਾਰੇ, ਤੇ ਉਹਨਾਂ ਕੋਲ ਆਕਸੀਜਨ ਥੋੜੀ ਸੀ। ਮੁੜ ਕੇ ਉਹ ਫਿਰ ਹੌਲੀ ਹੌਲੀ ਕਰਕੇ ਆਕਸੀਜਨ ਖਤਮ ਹੋ ਗਈ। ਇੱਕ ਸਮਾਂ ਆਇਆ, ਤੁਹਾਨੂੰ ਪਤਾ ਹੀ ਹੈ। ਇਸ ਵੇਲੇ ਇਹ ਗੱਲਾਂ ਅੱਜ ਸਾਨੂੰ, ਮੈਂ ਤੁਹਾਡੇ ਨਾਲ ਕਿਉਂ ਗੱਲਾਂ ਕਰਦਾ ਹਾਂ, ਕਿਉਂਕਿ ਇਹ ਲੋਕ, ਮੈਂ ਵੇਖਦਾ ਸੋਸ਼ਲ ਮੀਡੀਆ ਤੇ ਵਹਿਮ ਭਰਮ ਪਾਉਂਦੇ ਨੇ, ਇਹ ਜਾਦੂ ਟੂਣੇ, ਇਹ ਸਭ ਬਕਵਾਸ, ਇਹਦੀ ਕੋਈ ਜਗ੍ਹਾ ਨਹੀਂ ਹੈਗੀ। ਇਹ ਤਾਂ ਜੇ ਕੋਈ ਤੁਹਾਡਾ ਕੋਈ ਕੰਮ ਬੰਦ ਕਰ ਦੇ ਤੇ ਨਿੱਜਰ ਸਾਹਿਬ ਫਿਰ ਪ੍ਰਕਿਰਤੀ ਤੇ ਕੰਮ ਹੀ ਕੋਈ ਨਾ ਹੋਇਆ। ਬਿਲਕੁਲ। ਫਿਰ ਤੇ ਜਾਦੂ ਟੂਣੇ ਵੀ ਰੱਬ ਤੋਂ ਪਾਵਰਫੁਲ ਹੋਏ। ਜਿਹੜੇ ਕਿਨਾਰੀਏ ਲਿਆਉਣਗੇ, 2-4 ਉੱਥੇ ਨਿੰਬੂ ਰੱਖਣਗੇ ਤੇ ਆਪਣਾ ਕੰਮ ਕਰਕੇ ਗਾਂਹ ਜਾਣਗੇ। ਤੇ ਰੱਬ ਦਾ ਕੀ ਫਾਇਦਾ ਜਿਹੜਾ ਏਡਾ ਵੱਡਾ ਵਿਧਾਨ ਬਣਾ ਕੇ ਬੈਠਾ, ਜਿਹਨੇ ਧਰਤੀਆਂ ਧੁਰਤੀਆਂ ਬਣਾਈਆਂ? ਰੱਬ ਦੀ ਕੀ ਲੋੜ ਪਈ ਹੈ? ਮੈਂ ਲਿਆਉਂਦਾ ਉੱਥੇ ਸੰਦੂਰ, ਇੱਕ ਨਾਰੀਅਲ ਰੱਖਦਾ ਵਾਂ ਤੇ 3-4 ਨਿੰਬੂ ਰੱਖ ਕੇ ਤੇ ਮੌਲੀ ਲਵੇੜ ਕੇ 2-4 ਧੂਫਾਂ ਦਿਖਾਉਣਾ, ਇੱਕ ਸ਼ਰਾਬ ਦੀ ਬੋਤਲ ਰੱਖਦਾ ਤੇ ਟੂਣਾ ਟਣਾ ਕਰ ਦਿੰਦੇ ਆਪਾਂ। ਕਿੱਦਾਂ ਤਾਂ ਸੋ ਇੱਥੇ ਸਾਧ ਸੰਗਤ ਜੀ ਅੱਜ ਵਿਚਾਰ ਕਰਨ ਦਾ ਮਤਲਬ ਇਹੋ ਹੀ ਹੈ, ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਨਾ। ਇਹ ਲੋਕ ਤੁਹਾਨੂੰ ਵਹਿਮ ਪਾ ਦਿੰਦੇ ਨੇ। ਪਹਿਲਾਂ ਵੀ ਇਹ ਹੁੰਦੀਆਂ ਸੀ ਪਿੰਡਾਂ 'ਚ ਜਾਣਾ ਕਿ ਤੁਹਾਡੇ ਘਰ 'ਚ ਕਿੰਨੇ ਤਵੀਤ ਨੱਪੇ, ਉਹ ਤਵੀਤ ਉਹਨੇ ਹੱਥ 'ਚ ਫੜਿਆ ਹੁੰਦਾ ਨੇ ਜੱਸਾ। ਬਿਲਕੁਲ ਹੱਥ 'ਚ ਫੜਿਆ ਹੁੰਦਾ। ਸਹੀ, ਬਿਲਕੁਲ ਇਹੀ ਗੱਲ। ਘੰਟਾ-1.5 ਘੰਟਾ ਤੁਹਾਡੇ ਕੋਲ ਪਟਾ ਕੇ ਮੁੜ ਕੇ ਆਪ ਹੀ ਨੱਪ ਦੇਣਾ ਮਿੱਟੀ 'ਚ। ਆਹ ਵੇਖੋ ਨਿਕਲ ਆਇਆ ਨਾ, ਤੇ ਤੁਸੀਂ ਕਹਿਣਾ ਹਾਂ ਜੀ ਬਾਬਾ ਜੀ ਸਾਡਾ ਨਾ ਕੰਮ ਰੁਕਿਆ ਹੋਇਆ। ਅੱਛਾ, ਕਿੱਦਾਂ ਰੁਕਿਆ ਹੈ ਜੀ? ਪੈਸੇ ਨਹੀਂ ਟਿਕਦੇ। ਹਾਂ ਬੱਚਾ, ਪੈਸੇ ਨਹੀਂ ਟਿਕਦੇ ਕਿਉਂਕਿ ਤੇਰੇ ਘਰ ਤੇ ਤਵੀਤ ਨੱਪਿਆ ਗਿਆ। ਫਿਰ ਕਹਿ ਦੇਣਾ ਕਿ ਤੇਰੇ ਭੈਣ ਭਰਾ ਨੇ ਨੱਪਿਆ। ਮਤਲਬ ਇਦਾਂ ਦੀਆਂ ਗੱਲਾਂ। ਇਹ ਜਾਦੂ ਟੂਣਿਆਂ 'ਚ ਉਹ ਵਿਸ਼ਵਾਸ ਕਰਦੇ ਆ ਜਿਨ੍ਹਾਂ ਦੇ ਮਾਂ-ਬਾਪ ਕਰਦੇ, ਜਿਨ੍ਹਾਂ ਦੇ ਮਾਂ-ਬਾਪ ਨਹੀਂ ਕਰਦੇ, ਬੱਚਿਆਂ ਨੂੰ ਪਤਾ ਵੀ ਨਹੀਂ ਉਹ ਚੀਜ਼ ਦਾ। ਇਹ ਮਤਲਬ ਕਿ ਖਾਨਦਾਨ ਨਹੀਂ ਹੁੰਦਾ, ਬੰਦੇ ਨੂੰ ਆਦਤ ਹੁੰਦੀ। ਸੋ ਇਹ ਗੱਲਾਂ ਆਈਆਂ ਪਲੀਜ਼ ਵੀਰ ਜੀ। ਵੀਰ ਜੀ, ਗੁਰਬਾਣੀ ਦੇ ਵਿੱਚ ਨਿੱਜਰ ਸਾਹਿਬ ਦੱਸ ਦੇਣਗੇ, ਗੁਰੂ ਪਿਤਾ ਪਹਿਲੇ ਪਾਤਸ਼ਾਹੀ ਨੇ ਨਾ ਜਦੋਂ ਬਾਬਰ ਆਇਆ ਸੀ ਉਹਦਾ ਜ਼ਿਕਰ ਕੀਤਾ ਆ ਕਿ ਬਹੁਤ ਸਾਰੇ ਪੀਰ ਫਕੀਰ ਸੀਗੇ ਜਿਹੜੇ ਕਹਿੰਦੇ ਅਸੀਂ ਮੰਤਰ ਮਾਰ ਦੇਵਾਂਗੇ, ਅਸੀਂ ਕਲਾਮ ਪੜਾਂਗੇ, ਸਭ ਕੁਝ ਖਤਮ ਹੋਊਗਾ। ਪਰ ਉਹਨਾਂ ਨੇ, ਗੁਰੂ ਬਾਬੇ ਨੇ ਲਿਖਿਆ ਹੈ ਗੁਰਬਾਣੀ ਦੇ ਵਿੱਚ ਵੀ ਇਦਾਂ ਦਾ ਕੁਝ ਨਹੀਂ ਹੋਇਆ। ਬਿਲਕੁਲ ਨਹੀਂ ਹੋਇਆ। ਉਹਨੇ ਆ ਕੇ ਪੂਰਾ ਤਸ਼ੱਦਦ ਬਚਾਇਆ। ਹਾਂਜੀ, ਵਾਹਿਗੁਰੂ ਜੀ। ਬਿਲਕੁਲ ਸਹੀ ਹੈ। ਹਾਂਜੀ, ਉੱਥੇ ਫਿਰ ਇਹ ਬੜੇ ਤੇਜ਼ ਸੀ ਪੰਡਤ। ਇਹਨਾਂ ਨੇ ਕੀਤਾ ਕਿ ਉੱਥੇ ਇੱਕ ਮੂਰਤੀ ਸੀ, ਉਹ 2 ਚਿੰਬਕ ਹੈਗੇ ਸੀ ਉੱਪਰ ਤੇ ਥੱਲੇ, ਉਹਦੇ ਵਿੱਚ ਇੱਕ ਲੋਹੇ ਦੀ ਮੂਰਤੀ ਖੜੀ ਕੀਤੀ ਸੀ। ਉਹ ਜਿੱਦਾਂ ਮੈਗਨੇਟ ਦੇ ਵਿੱਚ ਸੈਂਟਰ 'ਚ ਕਰਦੀ ਤੇ ਉਹ ਹਿਲਦੀ ਸੀ। ਤੇ ਉਹ ਪਹਿਲਾਂ ਲੋਕ ਅਨਪੜ੍ਹ ਸਨ, ਲੋਕਾਂ ਨੂੰ ਪਤਾ ਨਹੀਂ ਸੀ ਕਿ ਮੈਗਨੇਟ ਹੈਗੀ ਹੈ। ਹੁਣ ਤੇ ਛੋਟੇ ਜਿਹੇ ਬੱਚੇ ਨੂੰ ਕਹੋ, ਉਹਨੂੰ ਪਤਾ ਹੈ ਕਿ ਉਹ ਮੈਗਨੇਟ ਦੇ ਵਿੱਚ ਫਸਾਈ ਹੈ। ਤੇ ਬੰਦੇ ਤੇ ਬੜੀ ਦੂਰ ਦੀ ਗੱਲ ਹੈ। ਫਿਰ ਉਹ ਆਇਆ ਸੀ, ਮੁਹੰਮਦ ਗਜਨਵੀ ਸੀ ਮੈਨੂੰ ਲੱਗਦਾ, ਉਹਨੇ ਕਿਰਪਾਨ ਮਾਰੀ ਤੇ ਉਹ ਜਿਹੜਾ ਉਹਨਾਂ ਦਾ ਦੇਵਤਾ ਸੀ ਉਹ ਡਿੱਗ ਗਿਆ। ਨਿਜਰ ਸਾਹਿਬ ਡਿੱਗੀ ਜਾਣਾ ਸੀ, ਉੱਥੇ ਚਿੰਬਕ ਗਈ। ਤੇ ਫਿਰ ਪੰਡਤ ਕਹਿੰਦੇ ਇਹ ਵੀ ਅਵਤਾਰ ਹੈਗਾ। ਬੜੇ ਤੇਜ਼ ਹੈਗੇ ਆ। ਉਹਨੇ ਆਪਣੀ ਜ਼ਬਾਨ ਹੀ ਬਦਲ ਲਈ ਕਿ ਜਾਨ ਤੇ ਬਚਾਉਣੀ ਆ। ਕਹਿੰਦੇ ਹਾਂ, ਇਹਨੇ ਮੂਰਤੀ ਨੂੰ ਤੋੜਤਾ ਹੈ, ਇਹ ਵੀ ਸਾਡਾ ਅਵਤਾਰ ਹੈਗਾ। ਸੋ ਏਦਾਂ ਦੀਆਂ ਗੱਲਾਂ ਬਾਤਾਂ ਲੋਕਾਂ ਨੇ ਜੋੜੀਆਂ ਨੇ। ਲੋਕਾਂ ਨੇ ਖਾਣ ਪੀਣ ਦਾ ਸਾਧਨ ਬਣਾਇਆ। ਦੇਖੋ ਤੁਸੀਂ ਜਿਹੜੇ ਆਪਣੇ ਵੀ ਹੈਗੇ ਨਾ ਝਟਕੇ ਦਾ ਮੀਟ ਖਾਂਦੇ ਆ, ਇਹ ਵੀ ਉਹ ਮੈਟਰ ਆ। ਇਹ ਤੁਸੀਂ ਕੇਰਲਾ ਸਾਈਡ ਤੇ ਚੱਲ ਜਾਓ, ਉੱਥੇ ਮੇਰੇ ਕਾਫੀ ਫਰੈਂਡ ਸਰਕਲ 'ਚ ਹੈਗੇ ਨੇ। ਉਹ ਕੀ ਕਰਦੇ ਆ, ਮੰਦਿਰਾਂ ਦੇ ਵਿੱਚ ਹੀ ਬਲੀ ਦਿੰਦੇ ਆ। ਬਿਲਕੁਲ ਦਿੰਦੇ ਆ। ਬਲੀ ਦੇ ਕੇ ਫਿਰ ਉਹ ਮੀਟ ਖਾਂਦੇ ਆ। ਉਹਦੇ ਵਿੱਚ ਫਿਰ ਇਹਨਾਂ ਨੇ ਇੱਕ ਹੋਰ ਸਕੀਮ ਲਾਈ ਕਿ ਕਿਸੇ ਨਾ ਕਿਸੇ ਤਰੀਕੇ ਸ਼ਰਾਬ ਵੀ ਸਾਡੇ ਕੋਲ ਫ੍ਰੀ 'ਚ ਆ ਜਾਏ, ਬਿਨਾਂ ਪੈਸਿਆਂ ਦੇ। ਫਿਰ ਉਹਨਾਂ ਕਿਹਾ ਕਿ ਇੱਕ ਮੂਰਤੀ ਰੱਖੋ, ਉਹਦਾ ਨਾਂ ਰੱਖੋ ਭੈਰੋ। ਭੈਰੋ ਕੀ ਹੈ ਜੀ? ਨਾਲੇ ਤੋਂ ਮੁਰਗਾ ਖਾਂਦਾ ਤੇ ਨਾਲੇ ਉਹ ਸ਼ਰਾਬ ਪੀਂਦਾ। ਹੁਣ ਜਦੋਂ ਇਹ ਗੱਲ ਬਣ ਗਈ, ਫਿਰ ਮੰਦਿਰ ਦੇ ਵਿੱਚ ਬਿਨਾਂ ਕਿਸੇ ਅੜਚਨ ਦੇ ਬੜੀ ਸਫਾਈ ਦੇ ਨਾਲ ਮਾਲ ਪਹੁੰਚ ਜਾਂਦਾ ਹੈ, ਮੀਟ ਵੀ ਪਹੁੰਚ ਜਾਂਦਾ ਹੈ, ਸ਼ਰਾਬ ਵੀ ਪਹੁੰਚ ਜਾਂਦੀ ਆ। ਉਹਨਾਂ ਨੂੰ ਬਾਹਰੋਂ ਬਾਈ ਕਰਨ ਦੀ ਲੋੜ ਨਹੀਂ ਨਿਜਰ ਸਾਹਿਬ। ਬਿਲਕੁਲ ਸਹੀ ਗੱਲ ਹੈ।
ਹਾਂ ਆਪਣੇ ਦੇਖੋ, ਆਪਣੇ ਤੁਹਾਡੇ ਨਜ਼ਰ 'ਚ ਮਾਰੋ, ਮੈਂ ਤੁਹਾਨੂੰ ਹੁਣੇ ਗੱਲਾਂ ਕਰਦਾ। ਕਈ ਗੁਰਦੁਆਰਿਆਂ ਤੇ ਮੰਦਿਰਾਂ 'ਚ ਤੁਸੀਂ ਵੇਖੋਗੇ ਉੱਥੇ ਔਰਤਾਂ ਰਹਿੰਦੀਆਂ, ਜਿਹਨੂੰ ਕਹਿੰਦੇ ਨੇ ਇਹ ਦੇਵਦਾਸੀਆਂ ਤੇ ਦੇਵਦਾਸ, ਦੇਵਤਿਆਂ ਦੇ ਲਈ ਦਾਸੀਆਂ ਤੇ ਦਾਸ। ਉਹ ਕੀ ਹੁੰਦੇ ਨੇ ਕਿ ਉਹ ਮੰਦਿਰਾਂ ਦੇ ਵਿੱਚ ਕਹਿੰਦੇ ਕਿ ਦਾਸੀਆਂ ਆਮ ਤੁਸੀਂ ਵੇਖੋ, ਆਪਣੇ ਵੀ ਹੁਣੇ ਮੇਰੇ ਹਿਸਾਬ ਨਾਲ ਕੋਈ ਨਾ ਕੋਈ ਗੁਰਦੁਆਰਾ ਏਦਾਂ ਦਾ ਹੋਊਗਾ ਜਿੱਥੇ ਉਹ ਲੇਡੀਜ਼ ਇਕੱਲੀਆਂ ਰਹਿੰਦੀਆਂ ਨੇ, ਵਿਆਹ ਵੀ ਨਹੀਂ ਕਰਵਾਉਂਦੀਆਂ, ਉੱਥੇ ਰਹਿ ਜਾਂਦੀਆਂ। ਸੋ ਇਹ ਤੁਸੀਂ ਕੇਰਲਾ ਸਾਈਡ ਤੇ ਜਾਓ, ਉੱਥੇ ਮੰਦਿਰਾਂ 'ਚ ਹੈਗੀਆਂ ਨੇ ਵਾਧੂ। ਰਾਮ ਰਹੀਮ ਨੇ ਵੀ ਉਹ ਚੀਜ਼ ਚਲਾਤੀ ਸੀ ਉੱਥੇ, ਉਹ ਕਿੰਨੀਆਂ ਕੁੜੀਆਂ ਇਕੱਠੀਆਂ ਨੇ, ਲੋਕੀ ਆਪ ਹੀ ਛੱਡ ਆਉਂਦੇ ਕਿ ਲਓ ਜੀ ਬਾਬਾ ਜੀ ਦੇ ਘਰ ਸੇਵਾ ਕਰੋ। ਇਹ ਚੀਜ਼ਾਂ ਜਿਹੜੀਆਂ ਨੇ ਗੁਰੂਆਂ ਨੇ ਇਹਨਾਂ ਉਦੋਂ ਬਲੌਕ ਕੀਤੀਆਂ ਸੀ। ਨੂਰ ਮਹਿਲ ਹੈਗੀਆਂ ਕੁੜੀਆਂ, ਕੁੜੀਆਂ ਜਿਹੜੀਆਂ ਕੀਰਤਨ ਕਰਦੀਆਂ ਨੇ, ਛੋਟੀਆਂ ਛੋਟੀਆਂ ਕੁੜੀਆਂ ਨੂੰ ਉੱਥੇ ਚੜਾਉਂਦੇ ਨੇ ਲੋਕ। ਹਾਂ ਆ ਵੇਖ ਲਓ। ਹਾਂਜੀ ਮਾਈਕ ਬੰਦ ਕਰ ਦਿਓ ਇਕਬਾਲ ਜੀ। ਉਹ ਕਹਿੰਦੇ ਨੇ ਨੂਰ ਮਹਿਲ ਦੇ ਵਿੱਚ ਹੀ ਛੋਟੇ ਛੋਟੀਆਂ ਬੱਚੀਆਂ ਨੂੰ ਚੜਾਉਂਦੇ। ਇੰਨੀ ਦੇਖੋ ਇਹ ਅਨਪੜ੍ਹਤਾ ਹੈ, ਬਹੁਤ ਵੱਡੀ ਅਨਪੜ੍ਹਤਾ। ਇੱਥੇ ਨਾ ਸਾਡੇ ਲਾਗੇ ਇੱਕ ਗੁਰਦੁਆਰਾ, ਮੈਂ ਨਾਂ ਨਹੀਂ ਲਊਂਗਾ ਕਿਉਂਕਿ ਲੋਕਾਂ ਦੀ ਭਾਵਨਾ ਨੂੰ ਬੜੀ ਸਿੱਧੀ ਸੱਟ ਵੱਜਦੀ। ਨਿਜਾ ਸਾਹਿਬ ਸਾਰੀ ਜ਼ਿੰਦਗੀ ਉਹ ਜਨਾਨੀਆਂ ਨੂੰ ਉੱਥੇ ਰੱਖਦੇ ਵਿਚਾਰੀਆਂ ਨੂੰ, ਤੇ ਜਦੋਂ ਉਹ ਬੁੱਢੀਆਂ ਹੋ ਜਾਂਦੀਆਂ ਤੇ ਨਿਜਾ ਸਾਹਿਬ ਘਰ ਚੱਲ ਜਾਓ। ਇਹ ਕਿਹੜਾ ਤਰੀਕਾ ਨਿਜਾ ਸਾਹਿਬ? ਬਿਲਕੁਲ ਸਾਰੀ ਜ਼ਿੰਦਗੀ ਉਹਨਾਂ ਕੋਲ ਸੇਵਾ ਕਰਾਉਣੀ ਉੱਥੇ, ਤੇ ਜਦੋਂ ਵਿਚਾਰਾ ਬੁੱਢਾ ਹੋ ਗਿਆ, ਹੁਣ ਉਹ ਕੋਲ ਚੱਲੇ ਨਹੀਂ ਜਾਂਦਾ, ਫਿਰ ਕਿਤੇ ਨੂੰ ਘਰ ਚੱਲ ਜਾਓ ਆਪਣੇ। ਏਦਾਂ ਦੀ ਦੁਨੀਆ ਹੈ ਲੋਕਾਂ 'ਚ, ਮਤਲਬ ਕਿ ਜਦੋਂ ਉਹਨੇ ਆਪਣਾ ਸਾਰਾ ਜੀਵਨ ਤੇ ਤੁਹਾਡੀ ਸੇਵਾ ਕੀਤੀ ਇੱਥੇ, ਜੋ ਡਿਊਟੀ ਦਿੱਤੀ ਨੇ ਡਿਊਟੀ ਨਿਭਾਈ ਹੈ। ਹੁਣ ਜਦੋਂ ਉਹਨੂੰ ਲੋੜ ਹੈਗੀ ਆ, ਮੰਨ ਲਓ ਹੁਣ 2-4 ਸਾਲ ਉਹਦਾ ਦੇਖ ਰੇਖ ਕਰਨ ਦੀ ਲੋੜ ਆ, ਤੁਸੀਂ ਉਹਦਾ ਕੋਈ ਆਸ਼ਰਮ ਬਣਾਓ, ਉੱਥੇ ਉਹਨਾਂ ਬਿਰਧਾਂ ਨੂੰ ਭੇਜੋ ਜਿਹੜੇ ਵਿਚਾਰੇ ਹੁਣ ਬਿਰਧ ਹੋ ਗਏ ਨੇ। ਹਾਂ ਬਿਲਕੁਲ, ਤੁਸੀਂ ਕਿਹੜਾ ਪੱਲੋਂ ਪੈਸੇ ਦੇਣੇ ਆ? ਭਾਈ ਹੁਣ ਇਹੋ ਤੇ ਇਹੋ ਹੈ ਨਾ ਕਿ ਗਾਂ ਤੁਸੀਂ ਸਾਰੀ ਜ਼ਿੰਦਗੀ ਦਾ ਦੁੱਧ ਪੀਂਦੇ ਰਹੇ, ਤੇ ਵਿਚਾਰੀ ਜਿੱਥੇ ਹੁਣ ਸਾਲ 1.5 ਸਾਲ ਬੁੱਢੀ ਹੋ ਗਈ, ਹੁਣ ਮਰਨ ਕਿਨਾਰੇ ਆਈ ਆ, ਤੁਸੀਂ ਉਹਨੂੰ ਘਰੋਂ ਬਾਹਰ ਕੱਢ ਦੋ। ਹੁਣ ਇਹ ਆਮ ਹੀ ਲੋਕ ਏਦਾਂ ਕਰਦੇ। ਪਰ ਇੱਕ ਗੱਲ ਯਾਦ ਰੱਖਿਓ, ਮੈਂ ਤੁਹਾਨੂੰ ਦੱਸ ਦਿੰਦਾ ਜੋ, ਜੇਕਰ ਤੁਸੀਂ ਗਾਂ ਏਦਾਂ ਘਰੋਂ ਬਾਹਰ ਕੱਢੀ ਨਾ, ਤੇ ਧਰਮ ਦੇ ਨਜ਼ਰ ਤੇ ਨਜਾਸਾ ਉਹ ਪਾਪ ਹੈ। ਸਹੀ ਹੈ? ਬਿਲਕੁਲ। ਧਰਮ ਕੀ ਕਹਿੰਦਾ ਹੈ? ਆਪ ਮੇਰੀ ਗੱਲ ਫਿਰ ਧਿਆਨ ਨਾਲ ਸੁਣ ਲਓ। ਤੁਸੀਂ ਗਾਂ ਦਾ ਦੁੱਧ ਪੀਤਾ, ਮੱਝ ਦਾ ਦੁੱਧ ਪੀਤਾ, ਉਹ ਤੋਂ ਕੰਮ ਕਰਾਇਆ, ਆਖਰ ਤੇ ਜਦੋਂ ਉਹ ਹੁਣ ਬੁੱਢੀ ਹੋ ਗਈ, ਹੁਣ ਕੁਛ ਨਹੀਂ ਦਿੰਦੀ, ਹੁਣ ਤੁਸੀਂ ਉਹਨੂੰ ਘਰੋਂ ਬਾਹਰ ਕੱਢ ਦਿਓ। ਇਹ ਪਾਪ ਹੈ, ਪਾਪ। ਪ੍ਰਕਿਰਤੀ ਦੀ ਨਜ਼ਰ ਚ, ਕਿਉਂਕਿ ਪ੍ਰਕਿਰਤੀ ਤੇ ਫਿਰ ਸਿਸਟਮ ਕਿੱਦਾਂ ਚੱਲੂਗਾ? ਫਿਰ ਤੇ ਕੋਈ ਲੋੜ ਹੀ ਨਹੀਂ। ਫਿਰ ਤੇ ਆਪਣਾ ਕੰਮ ਕਰੋ ਤੁਸੀਂ। ਜਦੋਂ ਮਤਲਬ ਸੀ ਆਪਾਂ ਬੜਾ ਪਿਆਰ ਮੁਹੱਬਤ ਕੀਤੀ, ਜਦੋਂ ਹੁਣ ਮਤਲਬ ਪੂਰਾ ਹੋ ਗਿਆ, ਫਿਰ ਉਹਨੂੰ ਕਹਿੰਦੇ ਵੀ ਤੂੰ ਕੌਣ ਤੇ ਮੈਂ ਕੌਣ। ਸੋ ਇਹ ਗੱਲਾਂ ਪ੍ਰਕਿਰਤੀ ਚ ਬੜੀਆਂ ਡੀਪ ਗੱਲਾਂ ਲਿਖੀਆਂ ਹੋਈਆਂ ਨੇ। ਫਿਰ ਅਗਲੇ ਬੰਨੇ ਕਹਿੰਦੇ ਨੇ ਨਿਜਾ ਸਾਹਿਬ ਅਗਲੀ ਤੋਂ ਬੋਲ ਦੋ ਬਸ। ਆਪ ਇਕਾਤੀ ਹੋਏ ਰਿਹਾ, ਆਪੇ ਵਡ ਪਰਿਵਾਰ, ਨਾਨਕ ਮੰਗੈ ਦਾਨ, ਹਰ ਸੰਤਾਂ ਰੇ ਨਾਰ। ਵੀ ਮੈਨੂੰ ਦਾਨ ਚਾਹੀਦਾ ਹੈ। ਚੌਥੀ ਪਾਤਸ਼ਾਹੀ ਕਹਿ ਰਹੀ ਹੈ ਬਈ ਬ੍ਰਹਮ ਗਿਆਨੀਆਂ ਦੀ ਚਰਨ ਤੂਰ, ਬ੍ਰਹਮ ਗਿਆਨੀਆਂ ਦੀ ਮੱਤ, ਬ੍ਰਹਮ ਗਿਆਨੀਆਂ ਤੋਂ ਮੈਨੂੰ ਗਿਆਨ ਚਾਹੀਦਾ ਹੈ। ਹੋਰ ਦਾਤਾਰ ਨਾ ਸੁਝੇ ਤੂੰ ਦੇਵਨਹਾਰ। ਹੋਰ ਕੋਈ ਦਾਤਾ ਨਹੀਂ ਮੈਨੂੰ ਸੁਝਦਾ, ਤੇਰੇ ਤੋਂ ਇਲਾਵਾ ਤੂੰ ਹੀ ਦੇਣਾ ਹੈ, ਔਰ ਤੇਰੇ ਕੋਲੋਂ ਹੀ ਮੈਂ ਮੰਗਦਾ ਹਾਂ। ਹਾਂਜੀ ਵੀਰ ਜੀ। ਹਾਂਜੀ, ਸੂਖਮ ਵੀ ਆਪੇ ਹੈ, ਫਿਰ ਉਹਦਾ ਹੀ ਪਸਾਰਾ ਹੈ, ਤੇ ਆਪ ਹੀ ਇਕਾਂਤੀ ਹੈ। ਉਹ ਆਤਮਾ ਦੇ ਰੂਪ ਚ ਸਮਾਧੀ ਲੀਨ ਖੁਦ ਹੀ ਬੈਠਾ ਹੈ। ਬਿਲਕੁਲ। ਤੇ ਪਰਿਵਾਰ ਦੇ ਰੂਪ ਚ ਇੱਥੇ ਤੁਹਾਡੀ ਜਗ੍ਹਾ ਤੇ ਮੇਰੀ ਜਗ੍ਹਾ ਤੇ ਬੋਲ ਰਿਹਾ, ਇਹ ਵੀ ਉਹ ਬੋਲ ਰਿਹਾ ਹੈ। ਕਿਉਂਕਿ ਮੈਂ ਉਦਾਂ ਤਾਂ ਬੋਲ ਹੀ ਨਹੀਂ ਸਕਦਾ, ਮੈਨੂੰ ਵੀ ਬੋਲਣ ਦੇ ਲਈ ਉਹਦੀ ਸਪੋਰਟ ਚਾਹੀਦੀ ਆ। ਹੁਣ ਜਦੋਂ ਮੈਂ ਸਰੀਰ ਦਾ ਤਿਆਗ ਕਰ ਦੂੰਗਾ, ਫਿਰ ਮੈਂ ਕਿਉਂ ਨਹੀਂ ਬੋਲ ਲੈਂਦਾ? ਹੁਣ ਜੇ ਮੇਰਾ ਭੂਤ ਉਦੋਂ ਵਿੱਚ ਨਿਕਲ ਵੀ ਗਿਆ, ਤੇ ਭੂਤ ਨੂੰ ਸਰੀਰ ਚਾਹੀਦਾ। ਹੁਣ ਭੂਤ ਕਿੱਥੋਂ ਕੰਮ ਕਰ ਸਕਦਾ ਨਿਜਰ ਸਾਹਿਬ? ਬਿਲਕੁਲ। ਪਰ ਲੋਕੀ ਕਹਿੰਦੇ, ਲੋਕਾਂ ਨੇ ਫਿਲਮਾਂ 'ਚ ਭੂਤ ਬਣਾ ਕੇ ਉਹਨਾਂ ਨੇ ਕੱਪੜੇ ਪਾਏ ਹੁੰਦੇ ਆ, ਤੇ ਵਾਲ ਲੰਮੇ ਲੰਮੇ ਬਣੀ ਕਿੱਦਾਂ ਛੱਡ ਦਿੰਦੇ, ਸਰੀਰ ਤੇ ਉਹਨਾਂ ਦਾ ਹੈ ਨਹੀਂ, ਕਿੱਥੋਂ ਆ ਗਏ ਫਿਰ ਉਹ? ਪਰ ਉਹ ਫਿਲਮਾਂ ਏਦਾਂ ਦੀਆਂ ਬਣਾ ਕੇ ਬਸ ਉਹ ਲੋਕਾਂ ਨੂੰ ਵਹਿਮਾਂ ਭਰਮਾਂ 'ਚ ਪਾਇਆ। ਕਈ ਲੋਕ, ਤੁਹਾਨੂੰ ਮੈਂ ਦੱਸਾਂ, ਹਿੰਦੀ ਦੇ ਵਿੱਚ ਨਾ ਬੜੀਆਂ ਫਿਲਮਾਂ ਆਉਂਦੀਆਂ ਸੀ, ਮਾਤਾਵਾਂ ਦੀਆਂ ਪੂਜਾ, ਦੇਵੀ ਦੇਵਤੇ ਦੀਆਂ ਪੂਜਾ। ਇਹ ਲੋਕਾਂ ਨੇ ਹੀ ਕਈ ਜਗ੍ਹਾ ਤੇ ਫਿਲਮ ਬਣਾ ਕੇ ਲੋਕਾਂ ਦੇ ਮਨ 'ਚ ਵਹਿਮ ਪਾ ਦਿੱਤਾ, ਤੇ ਲੋਕਾਂ ਨੇ ਫਿਰ ਉਹਨਾਂ ਦੇਵੀ ਦੇਵਤੇ ਦੀ ਨਿੱਜੀ ਸਭ ਪੂਜਾ ਕਰਨੀਆਂ ਸ਼ੁਰੂ ਕਰ ਦਿੱਤੀਆਂ। ਕਿਉਂਕਿ ਫਿਲਮਾਂ 'ਚ ਦਿਖਾਉਂਦੇ ਆ ਨਾ, ਮਾਤਾ ਨੇ ਮਾਰੀ ਸ਼ਕਤੀ ਤੇ ਕੰਮ ਰੋਕ ਆ ਗਏ।
ਤੇ ਫਿਰ ਠੀਕ ਹੈ। ਫਿਰ ਉਹ ਫਿਲਮਾਂ ਦੇ ਵਿੱਚ ਲੋਕ ਵੇਖ ਕੇ ਵੀ ਕਈ ਧਾਰਮਿਕ ਹੋ ਜਾਂਦੇ, ਕਿਸੇ ਨੇ ਵਰਤ ਰੱਖਿਆ ਜੀ, ਉਹਨੇ ਜੀ ਵਰਤ ਰੱਖਿਆ ਤੇ ਉਹਦਾ ਕੰਮ ਸਿੱਧਾ ਹੋ ਗਿਆ। ਹੁਣ ਆਮ ਜਿਹੜੀ ਜਨਤਾ ਵੇਖਣ ਵਾਲੀ ਉਹਨਾਂ ਨੂੰ ਤਾਂ ਪਤਾ ਵੀ ਨਹੀਂ ਕਿ ਵਰਤ ਰੱਖਣ ਦੇ ਨਾਲ ਉਹ ਕੇਵਲ ਫਿਲਮ 'ਚ ਕੰਮ ਸਿੱਧਾ ਹੋਏ ਨੇ, ਏਦਾਂ ਨਹੀਂ ਸਿੱਧੇ ਹੋਣੇ। ਪਰ ਲੋਕ ਏਦਾਂ ਵਿਸ਼ਵਾਸ ਕਰਦੇ ਨੇ। ਠੀਕ ਹੈ ਜੀ, ਅੱਜ ਦੇ ਵਿਚਾਰੇ ਤੇ ਸਮਾਪਤ। ਹਾਂਜੀ, ਹਾਂਜੀ, ਅੱਜ ਦੀ ਜੋ ਵਿਚਾਰ ਕੀਤੀ ਸੀ ਆਪਾਂ ਥੋੜੇ ਜਿਹੇ ਜੋ ਕਰਮ ਕਾਂਡ ਨੇ, ਜੋ ਲੋਕਾਂ ਨੇ, ਚਲਾਕ ਲੋਕਾਂ ਨੇ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਦੇ ਲਈ ਉਹ ਫੈਬਰੀਕੇਟ ਕੀਤੇ ਨੇ, ਉਹਦੇ ਤੇ ਆਪਾਂ ਡਿਸਕਸ ਕੀਤੀ ਹੈ। ਫਿਰ ਗੁਰੂ ਜੀ ਕਹਿੰਦੇ ਨੇ ਕਿ ਇਹ ਪਰਮਾਤਮਾ ਦਾ ਹੀ ਪਸਾਰਾ ਹੈ, ਉਹਨੇ ਆਪ ਹੀ ਇਹ ਸਾਰਾ ਕੁਝ ਰਚਿਆ ਹੈ, ਅੰਦਰ ਵੀ ਉਹ ਹੈ ਤੇ ਬਾਹਰ ਵੀ ਉਹ ਹੈ, ਕਿਉਂਕਿ ਪਰਮਾਤਮਾ ਤੋਂ ਸਿਵਾਏ ਹੋਰ ਕੁਝ ਨਹੀਂ ਹੈ। ਅਸੀਂ ਕੇਵਲ ਪਾਣੀ ਦੇ ਬੁਲਬੁਲੇ ਹਾਂ, ਪਾਣੀ ਦੇ ਉੱਤੇ ਦਿਖਾਈ ਦਿੰਦੇ ਆ, ਪਰ ਅਸਲ ਦੇ ਵਿੱਚ ਪਾਣੀ ਹੀ ਸੱਚ ਹੈ, ਬੁਲਬੁਲਾ ਸੱਚ ਨਹੀਂ ਹੈਗਾ। ਬਿਲਕੁਲ, ਉਹ ਟੈਂਪਰੇਰੀ ਹੈ, ਉਹ ਸਭ ਸੱਚ। ਸੋ ਅੱਜ ਦੀ ਵਿਚਾਰੇ ਇੱਥੇ ਸਮਾਪਤ। ਇੱਕ ਓਮਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇ ਮੇਰੇ ਪਿਤਾ ਗਰੀਬ ਨਵਾਜ ਬਾਣੀ ਪੜ੍ਹਦਿਆਂ, ਵਿਚਾਰ ਕਰਦਿਆਂ, ਬਾਣੀ ਸਰਵਣ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਤੇ ਗਲਤੀਆਂ ਹੋ ਗਈਆਂ। ਨਿਦਾਨ ਬੱਚੇ ਸੰਗ ਕੇ ਮਾਫ ਕਰੋ, ਕਿ ਤੋਂ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ। ਆਈ ਸੰਗਤ ਦੀ ਹਾਜ਼ਰੀ ਆਪਣੇ ਦਰ ਤੇ ਪ੍ਰਵਾਨ ਕਰਨੀ, ਤਿੰਨ ਰੋਕ ਤੱਕ ਦੀ ਬਖਸ਼ਣੀ, ਸਮਤ ਬਖਸ਼ਣੀ, ਨਾਮਦਾਨ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ। ਸੰਗਤ ਜੀ ਤੁਸੀਂ ਚੁੱਪ ਹੋ ਜਾਓ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ